बहुत स्वागत है जी सारिਆਂ ਦਾ। मैं हाँ सुरिंदर डल्ला ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਮਨਪ੍ਰੀਤ ਰੰਧਾਵਾ ਜੀ। ਮਨਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਧੰਨਵਾਦ ਤੁਹਾਡਾ ਡੱਲਾ ਸਾਹਿਬ। ਸੋ ਮਨਪ੍ਰੀਤ ਰੰਧਾਵਾ ਜੀ, ਕਈ ਸਵਾਲ ਜ਼ਿਹਨ 'ਚ ਖੜੇ ਹੁੰਦੇ ਨੇ। ਜ਼ਿਆਦਾਤਰ ਪੰਜਾਬ ਦੇ ਵਿੱਚ ਦੋ ਤਰ੍ਹਾਂ ਦੇ ਸ਼ਾਸਨ ਰਹੇ ਨੇ। ਕਦੇ ਪੰਜਾਬ 'ਚ ਕੌਮੀ ਪਾਰਟੀ ਦਾ ਸ਼ਾਸਨ ਰਿਹਾ ਹੈ, ਕਾਂਗਰਸ ਦਾ। ਕਦੇ ਪੰਜਾਬ 'ਚ ਸਾਡੀ ਖੇਤਰੀ ਪਾਰਟੀ ਦਾ ਸ਼ਾਸਨ ਰਿਹਾ ਹੈ, ਅਕਾਲੀ ਦਲ ਦਾ। ਕਦੇ ਪੰਜਾਬ ਦੇ ਵਿੱਚ ਸਾਂਝਾ ਸ਼ਾਸਨ ਰਿਹਾ ਹੈ, ਖੇਤਰੀ ਤੇ ਕੌਮੀ ਪਾਰਟੀ ਦਾ ਸੁਮੇਲ, ਅਕਾਲੀ ਭਾਜਪਾ। ਕਦੇ ਇਕੱਲਾ ਅਕਾਲੀਆਂ ਦਾ ਰਿਹਾ, ਕਦੇ ਇਕੱਲਾ ਕਾਂਗਰਸ ਦਾ ਰਿਹਾ, ਕਦੇ ਅਕਾਲੀ ਭਾਜਪਾ ਸਾਂਝਾ ਰਿਹਾ। ਔਰ ਇਸ ਵਾਰ ਫੇਰ ਇੱਕ ਕੌਮੀ ਪਾਰਟੀ ਦਾ ਪੰਜਾਬ ਦੇ ਵਿੱਚ ਸ਼ਾਸਨ ਹੈ, ਸੱਤਾ ਤੇ ਕੌਮੀ ਪਾਰਟੀ ਹੈ। ਜਦੋਂ ਜਦੋਂ ਪੰਜਾਬ 'ਚ ਕੌਮੀ ਪਾਰਟੀਆਂ ਸੱਤਾ ਤੇ ਹੁੰਦੀਆਂ ਨੇ, ਕਿ ਕੌਮੀ ਪਾਰਟੀਆਂ ਸਾਡੇ ਖੇਤਰੀ ਮੁੱਦਿਆਂ ਦੇ ਨਾਲ ਇਨਸਾਫ ਕਰ ਸਕਦੀਆਂ ਨੇ? ਸਵਾਲ ਕਈ ਜੁੜਦੇ ਨੇ। ਸਵਾਲ ਕਈ ਜੁੜਦੇ ਨੇ। ਭਗਵੰਤ ਮਾਨ ਨੇ ਚੰਡੀਗੜ੍ਹ ਦਾ ਮਤਾ ਇੱਕ ਵਾਰੀ ਫੇਰ ਵਿਧਾਨ ਸਭਾ ਦੇ ਵਿੱਚ ਲਿਆਂਦਾ, ਕੇਂਦਰ ਤੋਂ ਮੰਗ ਕੀਤੀ ਕਿ ਚੰਡੀਗੜ੍ਹ ਸਾਨੂੰ ਦਿੱਤਾ ਜਾਵੇ। ਇਹ ਸਾਡਾ ਖੇਤਰੀ ਮੁੱਦਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਮਿਲੇ। ਕੀ ਅਰਵਿੰਦ ਕੇਜਰੀਵਾਲ ਕੌਮੀ ਪਾਰਟੀ ਇਸ ਮਤੇ ਦੇ ਨਾਲ ਖੜੇਗੀ? ਕੀ ਅਰਵਿੰਦ ਕੇਜਰੀਵਾਲ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹਿਣਗੇ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ? ਕੀ ਆਮ ਆਦਮੀ ਪਾਰਟੀ ਨੇ ਜਿਹੜੇ ਸਾਡੇ ਕੌਂਸਲ ਭੇਜੇ ਨੇ ਰਾਜ ਸਭਾ 'ਚ, ਸਾਡੇ ਵਿਧਾਇਕਾਂ ਨੇ ਜਿਹੜੇ ਨੁਮਾਇੰਦੇ 5 ਭੇਜੇ ਨੇ ਚੁਣ ਕੇ ਰਾਜ ਸਭਾ 'ਚ, ਕੀ ਉਹ ਰਾਜ ਸਭਾ 'ਚ ਖੜੇ ਹੋ ਕੇ ਜਾਂ ਪੱਤਰਕਾਰ ਸੰਮੇਲਨ ਕਰਕੇ ਇਹ ਗੱਲ ਕਹਿਣਗੇ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ? ਜਾਂ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਦੀ ਲੜਾਈ ਸਿਰਫ ਭਗਵੰਤ ਮਾਨ ਦੇ ਮੋਢਿਆਂ ਤੇ ਰਹੂਗੀ ਕਿਉਂਕਿ ਉਹ ਖੇਤਰਵਾਦ ਦਾ ਦੂਤ ਹੈ? ਭਗਵੰਤ ਮਾਨ ਪੰਜਾਬ ਦਾ ਰਿਪਰੈਜ਼ੈਂਟੇਟਿਵ ਹੈ, ਸਾਡਾ ਮੁੱਖ ਮੰਤਰੀ ਹੈ। ਕੀ ਜਿਵੇਂ ਭਗਵੰਤ ਮਾਨ ਚਾਹੂਗਾ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਏ, ਕਿ ਕੌਮੀ ਪਾਰਟੀ ਆਮ ਆਦਮੀ ਪਾਰਟੀ, ਹਲੇ ਭਾਵੇਂ ਹਜੇ ਆਮ ਆਦਮੀ ਪਾਰਟੀ ਨੂੰ ਕੌਮੀ ਪਾਰਟੀ ਦਾ ਦਰਜਾ ਨਹੀਂ ਹੈ, ਪਰ ਕਿਉਂਕਿ ਆਮ ਆਦਮੀ ਪਾਰਟੀ ਦੇਸ਼ 'ਚ ਚੋਣਾਂ ਲੜੀ ਸੀ, ਗੁਜਰਾਤ 'ਚ ਅੱਗੇ ਵੱਧ ਰਹੀ ਹੈ, ਉੱਤਰਾਖੰਡ ਗੋਆ 'ਚ ਚੋਣਾਂ ਲੜੀਆਂ, ਸੋ ਮੈਂ ਮੰਨਦਾ ਕਿ ਆਮ ਆਦਮੀ ਪਾਰਟੀ ਕੌਮੀਅਤ ਦੇ ਨਾਲ ਅੱਗੇ ਵੱਧ ਰਹੀ ਹੈ। ਦੇਸ਼ ਭਗਤ ਹੋਣਾ ਚੰਗੀ ਗੱਲ ਹੈ, ਅਸੀਂ ਵੀ ਦੇਸ਼ ਭਗਤ ਹਾਂ, ਮਨਪ੍ਰੀਤ ਜੀ ਵੀ ਦੇਸ਼ ਭਗਤ ਨੇ, ਸਾਰੇ ਦੇਸ਼ ਭਗਤ ਨੇ ਜਿਹੜੇ ਸਾਡੇ ਮੁਲਕ 'ਚ ਨੇ। ਹੁਣ ਮਨਪ੍ਰੀਤ ਜੀ, ਮੇਰਾ ਸਵਾਲ ਮੂਲ ਰੂਪ 'ਚ ਇਹ ਆ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੱਤਾ 'ਚ ਆਉਣ ਨਾਲ ਕਿਤੇ ਆਮ ਆਦਮੀ ਪਾਰਟੀ ਔਰ ਪੰਜਾਬ ਦੇ ਖੇਤਰਵਾਦ ਦੇ ਮੁੱਦੇ, ਇਹ ਇੱਕ ਨਵੀਂ ਤਰ੍ਹਾਂ ਦਾ ਟਕਰਾਅ ਤਾਂ ਸਾਨੂੰ ਨਜ਼ਰ ਨਹੀਂ ਆਏਗਾ, ਕਿਉਂਕਿ ਇਹ ਬੜੀ ਵਿਚਿੱਤਰ ਸਥਿਤੀ ਹੈ। ਕਿਉਂਕਿ ਜੇ ਅਸੀਂ ਗੱਲ ਕਾਂਗਰਸ ਦੀ ਕਰੀਏ, ਚੰਡੀਗੜ੍ਹ ਪੰਜਾਬ ਨੂੰ ਕਿਉਂ ਨਹੀਂ ਮਿਲਿਆ? ਕਾਂਗਰਸ ਨੇ ਚੰਡੀਗੜ੍ਹ ਬਣਾਤਾ। ਕਾਂਗਰਸ ਕਹਿੰਦੀ ਹੈ ਕਿ ਅਸੀਂ ਕੌਮੀ ਪਾਰਟੀਆਂ, ਅਸੀਂ ਪੂਰੇ ਦੇਸ਼ ਦੀ ਗੱਲ ਕਰਨੀ ਹੈ ਤੇ ਚੰਡੀਗੜ੍ਹ ਯੂਟੀ ਹੈ ਤੇ ਸਾਂਝੀ ਰਾਜਧਾਨੀ ਹੈ। ਬੀਜੇਪੀ ਵੀ ਪੰਜਾਬ ਨੂੰ ਚੰਡੀਗੜ੍ਹ ਨਹੀਂ ਦਿੰਦੀ। ਬੀਜੇਪੀ ਕਹਿੰਦੀ ਹੈ ਚੰਡੀਗੜ੍ਹ ਯੂਟੀ ਹੈ ਔਰ ਅਸੀਂ ਸਾਰੇ ਦੇਸ਼ ਦੇ ਵਿੱਚ ਸਾਰੇ ਸੂਬਿਆਂ ਨੂੰ ਇੱਕੋ ਨਜ਼ਰ ਨਾਲ ਦੇਖਦੇ ਹਾਂ। ਚੰਡੀਗੜ੍ਹ ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਹੈ। ਤੇ ਜਦੋਂ ਬੀਜੇਪੀ ਤੇ ਅਕਾਲੀ ਦਲ ਦਾ ਗੱਠਜੋੜ ਹੈ, ਉਦੋਂ ਸਾਡੀ ਖੇਤਰੀ ਪਾਰਟੀ ਦੀ ਮਜਬੂਰੀ ਹੋ ਜਾਂਦੀ ਹੈ ਕਿ ਅਸੀਂ ਕੌਮੀ ਪਾਰਟੀ ਦੀ ਗੱਲ ਮੰਨਣੀ ਹੈ, ਕਿਉਂਕਿ ਕੌਮੀ ਪਾਰਟੀ ਨੇ ਸਾਨੂੰ ਮੰਤਰੀ ਦਾ ਅਹੁਦਾ ਦਿੱਤਾ ਹੈ। ਜੇ ਅਸੀਂ ਅੱਜ ਚੰਡੀਗੜ੍ਹ ਮੰਗਾਂਗੇ, ਧਰਨੇ ਦੇਵਾਂਗੇ, ਤੇ ਸਾਨੂੰ ਕਿਤੇ ਕੌਮੀ ਪਾਰਟੀ ਮੰਤਰੀ ਮੰਡਲ ਤੋਂ ਵੱਖ ਨਾ ਕਰ ਦੇ। ਇਹ ਮਜਬੂਰੀ ਜੀ ਕਿਤੇ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਤਾਂ ਨਹੀਂ ਕੋਈ ਅਜਿਹੀ ਹੋਏਗੀ ਕਿ ਸਾਡੇ ਖੇਤਰੀ ਤੇ ਕੌਮੀ ਮੁੱਦੇ ਆਪਸ 'ਚ ਲਟਕਦੇ ਰਹਿ ਜਾਣ? ਹੁਣ ਸਾਡੇ ਕੌਮੀ ਮੁੱਦੇ ਵੀ ਕਈ ਨੇ, ਖੇਤਰੀ ਮੁੱਦੇ ਵੀ ਕਈ ਨੇ। ਹੁਣ ਸਤਲੁਜ ਯਮੁਨਾ ਲਿੰਕ ਨਹਿਰ ਦਾ ਵੀ ਮੁੱਦਾ ਸਾਡਾ ਖੇਤਰੀ ਹੈ। ਫਿਰ ਸਾਡੇ ਸਿੱਖ ਭਾਈਚਾਰੇ ਦੇ ਕਈ ਮੁੱਦੇ ਨੇ। ਸਾਡੇ ਸਿੱਖ ਕੈਦੀਆਂ ਦੇ ਇਨਸਾਫ ਦੀ ਗੱਲ ਹੈ, ਸਿੱਖ ਕੈਦੀਆਂ ਦਾ ਇਨਸਾਫ ਵੀ ਸਾਡਾ ਖੇਤਰੀ ਮੁੱਦਾ ਹੈ। ਦੇਸ਼ ਦੇ ਕਈ ਹਿੱਸਿਆਂ 'ਚ ਮਨਪ੍ਰੀਤ ਜੀ, ਉਮਰ ਕੈਦ ਵਾਲੇ ਕੈਦੀ 20-20, 22-22 ਸਾਲਾਂ ਬਾਅਦ ਰਿਹਾ ਹੋ ਕੇ ਘਰਾਂ ਨੂੰ ਚਲੇ ਗਏ ਜੀ। ਦਿੱਲੀ 'ਚ ਤੰਦੂਰ ਕਾਂਡ ਸੀ, ਸਜ਼ਾ ਭੁਗਤੀ, ਘਰ ਚਲਿਆ ਗਿਆ। ਸੁਸ਼ੀਲ ਕੁਮਾਰ ਰਿੰਕੂ ਸੀ ਇੱਕ ਕਾਂਗਰਸ ਦਾ ਲੀਡਰ, ਉੱਥੋਂ ਦੇ ਕਾਂਗਰਸ ਦਾ ਪ੍ਰਧਾਨ ਸੀ। ਫਿਰ ਮਨੂ ਸ਼ਰਮਾ ਸੀ, ਉਮਰ ਕੈਦ ਭੁਗਤੀ, ਘਰ ਚਲਿਆ ਗਿਆ, ਕਿਉਂਕਿ ਉਹ ਕੌਮੀ ਪਾਰਟੀਆਂ ਦੇ ਲੀਡਰ ਸੀ ਤੇ ਕੌਮੀ ਪਾਰਟੀਆਂ ਨੇ ਜਦੋਜਹਿਦ ਕੀਤੀ। ਹੁਣ ਪੰਜਾਬ ਦੀ ਗੱਲ ਕਰਦੇ ਹਾਂ।
ਪ੍ਰੋਫੈਸਰ ਦਵਿੰਦਰ ਸਿੰਘ ਭੁੱਲਰ ਹੈ, ਉਹ ਸਾਡੇ ਪੰਜਾਬ ਦਾ ਮੁੱਦਾ ਹੈ, ਖੇਤਰੀ ਪਾਰਟੀ ਦਾ, ਖੇਤਰੀ ਸਾਡਾ ਮੁੱਦਾ ਹੈ, ਸਿੱਖ ਭਾਈਚਾਰੇ ਦਾ। ਮੰਗ ਹੋ ਰਹੀ ਹੈ, ਮੋਦੀ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਦਿਨ ਤੇ ਤੋਹਫਾ ਦਿੱਤਾ ਕਿ ਸਿੱਖ ਕੈਦੀ ਰਿਹਾ ਕਰਾਂਗੇ, ਉਹਨਾਂ 'ਚ ਪ੍ਰੋਫੈਸਰ ਭੁੱਲਰ ਦਾ ਨਾਮ ਲਿਆ। ਹੁਣ ਮਾਨਸਿਕ ਤੌਰ ਤੇ ਠੀਕ ਨਹੀਂ, 25 ਸਾਲ ਦੇ ਕਰੀਬ ਜੇਲ੍ਹ 'ਚ ਸਜ਼ਾ ਹੋ ਗਈ, ਸੰਤੁਲਨ ਕੋਈ ਬਹੁਤਾ ਚੰਗਾ ਨਹੀਂ ਸਰੀਰ ਦਾ, ਮਨੁੱਖੀ ਅਧਿਕਾਰ, ਔਰ ਸੁਪਰੀਮ ਕੋਰਟ ਨੇ ਕਿਹਾ ਕਿ ਫਾਂਸੀ ਅਸੀਂ ਉਮਰ ਕੈਦ 'ਚ ਤਬਦੀਲ ਕਰਦੇ ਹਾਂ, ਤੇ ਸਰਕਾਰ ਨੇ ਰਿਹਾਈ ਦੇ ਹੁਕਮ ਦਿੱਤੇ। ਪਰ ਇਹ ਸਾਡਾ ਖੇਤਰੀ ਮੁੱਦਾ ਹੈ। ਅਰਵਿੰਦ ਕੇਜਰੀਵਾਲ ਜੀ ਹੁਣ ਇਸ ਮੁੱਦੇ ਤੇ ਬੋਲਦੇ ਨਹੀਂ ਹੈ। ਭਗਵੰਤ ਮਾਨ ਜੀ ਕੀ ਬੋਲ ਸਕਣਗੇ, ਜਾਂ ਭਗਵੰਤ ਮਾਨ ਜੀ ਨੂੰ ਇਹ ਡਰ ਹੋਊਗਾ ਵੀ ਕਿਤੇ ਕੇਜਰੀਵਾਲ ਸਾਹਿਬ ਨਾਲ ਨਾਰਾਜ਼ ਹੋ ਜਾਣ ਜੇ ਕਿਤੇ ਮੈਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਮੰਗ ਲਈ। ਸੋ ਗੱਲ ਉਹੀ ਹੈ, ਮੈਂ ਗੱਲ ਲੰਬੀ ਕਰ ਗਿਆ ਪਰ ਸਮਝਾਉਣੀ ਬੜੀ ਜ਼ਰੂਰੀ ਸੀ, ਸਾਰੇ ਪੰਜਾਬੀ ਵੀ ਇਸ ਗੱਲ ਨੂੰ ਸਮਝਦੇ ਨੇ। ਹੁਣ ਤੁਸੀਂ ਕਿਵੇਂ ਵਿਆਖਿਆ ਕਰੋਗੇ? ਦੇਖੋ ਡੱਲਾ ਜੀ, ਅੱਜ ਤੁਸੀਂ ਬਹੁਤ ਵਿਸਤਾਰ ਨਾਲ ਸਾਰਾ ਕੁਝ ਦੱਸਿਆ, ਔਰ ਜਿਹੜੀ ਤੁਸੀਂ ਗੱਲ ਕਹੀ ਹੈ ਚੰਡੀਗੜ੍ਹ ਤੋਂ ਆਪਾਂ ਸ਼ੁਰੂ ਕਰਦੇ ਹਾਂ ਜੀ। ਦੇਖੋ, ਅਕਸਰ ਕਿਹਾ ਜਾਂਦਾ ਕਿ ਇਹ ਤਾਂ ਯੂਟੀ ਹੈ। ਤੁਸੀਂ ਯਾਦ ਕਰੋ, ਸਨ 1947 ਦੇ ਵਿੱਚ ਜਦੋਂ ਮੁਲਕ ਆਜ਼ਾਦ ਹੁੰਦਾ, ਉਸ ਤੋਂ ਪਹਿਲਾਂ ਪੰਜਾਬ ਦੀ ਜਿਹੜੀ ਕੈਪੀਟਲ ਸੀ ਲਾਹੌਰ ਸੀ। ਉਸ ਤੋਂ ਬਾਅਦ ਜਦੋਂ ਮੁਲਕ ਆਜ਼ਾਦ ਹੋ ਗਿਆ ਸਨ 1947 ਦੇ ਵਿੱਚ, 48 ਦੇ ਵਿੱਚ ਸਾਡੀ ਜਾ ਕੇ ਜਿਹੜੀ ਆ ਸ਼ਿਮਲਾ ਬਣਦੀ ਹੈ ਕੈਪੀਟਲ, ਸ਼ਿਮਲਾ ਬਣ ਗਈ। ਹਾਂਜੀ, ਸ਼ਿਮਲਾ ਬਣਦੀ ਹੈ। ਤੇ ਉਸ ਤੋਂ ਬਾਅਦ ਫਿਰ ਲੱਗਦਾ ਕਿ ਪੰਜਾਬ ਨੂੰ ਵੀ ਤਾਂ ਇੱਕ ਕੈਪੀਟਲ ਚਾਹੀਦੀ ਆ, ਇੱਕ ਰਾਜਧਾਨੀ ਚਾਹੀਦੀ ਆ। ਤੇ ਉਹਨਾਂ ਦਿਨਾਂ ਦੇ ਵਿੱਚ ਸ਼ਿਵਾਲਿਕ ਹਿਲਸ ਜਿਹੜੀਆਂ ਸੀਗੀਆਂ, ਇੱਥੇ ਬੜੀ ਰਮਣੀਕ ਜਾਂ ਥਾਂ ਦੇਖ ਕੇ ਤੇ ਇਹਨੂੰ ਚੁਣਿਆ ਗਿਆ। ਦੇਖੋ, ਪੰਡਿਤ ਜਵਾਹਰ ਲਾਲ ਨਹਿਰੂ ਉਦੋਂ ਹੁੰਦੇ ਸੀ, ਉਹਨਾਂ ਦਾ ਵੀ ਇਸ ਦੇ ਵਿੱਚ ਯੋਗਦਾਨ ਹੈ। ਤੇ ਫਾਈਨਲੀ ਖਰੜ ਦੇ ਵਿੱਚੋਂ ਲਗਭਗ 22 ਤੋਂ ਲੈ ਕੇ 28 ਪਿੰਡ ਖਰੀਦੇ, ਜਿਹੜੇ ਆ ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਅਕਵਾਇਰ ਹੁੰਦੀ ਆ, ਤੇ ਇੱਥੇ ਚੰਡੀਗੜ੍ਹ ਵਸਦਾ। ਔਰ ਤੁਸੀਂ ਦੇਖੋ 1953 ਦੇ ਵਿੱਚ 7 ਅਕਤੂਬਰ 1953 ਦੇ ਵਿੱਚ ਡਾਕਟਰ ਰਾਜਿੰਦਰ ਪ੍ਰਸਾਦ, ਜਿਹੜੇ ਉਸ ਟਾਈਮ ਦੇ ਰਾਸ਼ਟਰਪਤੀ ਸੀ, ਉਹ ਇਸ ਦਾ ਉਦਘਾਟਨ ਕਰਦੇ ਨੇ। ਤੁਸੀਂ ਡੱਲਾ ਜੀ ਇੱਕ ਚੀਜ਼ ਹੋਰ ਦੇਖੋ, 1953 ਤੋਂ ਲੈ ਕੇ 1966 ਤੱਕ ਲਗਭਗ 13 ਸਾਲ ਬਣਦੇ ਨੇ। ਪੰਜਾਬ ਜਿਹੜਾ ਸੀ ਉਹ ਫੁੱਲ ਫਲੈਜਡ, ਪੂਰੀ ਤਰ੍ਹਾਂ ਜਿਹੜੀ ਆ ਮਾਫ ਕਰਨਾ, ਚੰਡੀਗੜ੍ਹ ਉਹ ਪੂਰੀ ਤਰ੍ਹਾਂ ਪੰਜਾਬ ਦੀ ਰਾਜਧਾਨੀ ਸੀ। ਕਿਸੇ ਤਰ੍ਹਾਂ ਦਾ ਇਹਨੂੰ ਯੂਪੀ ਦਾ ਦਰਜਾ ਨਹੀਂ ਸੀ ਪ੍ਰਾਪਤ। ਦਰਅਸਲ ਦਰਜਾ ਕਦੋਂ ਪ੍ਰਾਪਤ ਹੁੰਦਾ? 1966 ਦਾ, ਜਦੋਂ ਰੀਆਰਗਨਾਈਜੇਸ਼ਨ ਐਕਟ ਆਉਂਦਾ। ਠੀਕ ਹੈ, ਪੰਜਾਬ ਦੇ ਵਿੱਚੋਂ ਹਰਿਆਣੇ ਦਾ ਹਿੱਸਾ ਵੀ ਕੱਢ ਲਿਆ ਜਾਂਦਾ, ਪੰਜਾਬ ਦੇ ਵਿੱਚੋਂ ਹਿਮਾਚਲ ਪ੍ਰਦੇਸ਼ ਦਾ ਹਿੱਸਾ ਵੀ ਕੱਢ ਲਿਆ ਜਾਂਦਾ, ਤੇ ਨਾਲ ਹੀ ਪੰਜਾਬ ਨੂੰ ਇੱਕ ਭਰੋਸਾ ਦਿੱਤਾ ਜਾਂਦਾ ਕਿ ਕੋਈ ਗੱਲ ਨਹੀਂ, ਹਰਿਆਣੇ ਨੂੰ ਅਸੀਂ 5 ਸਾਲ ਦਿੰਦੇ ਹਾਂ। ਦੇਖੋ, 5 ਸਾਲ ਦਿੱਤੇ ਸੀ, ਨਾਲ 10 ਕਰੋੜ ਰੁਪਈਆ ਦਿੱਤਾ ਸੀ। ਇਸ ਦੇ ਨਾਲ ਹੀ ਉਹਨਾਂ ਨੂੰ ਕਿਹਾ ਸੀ ਕਿ 10 ਕਰੋੜ ਦਾ ਤੁਸੀਂ ਲੋਨ ਵੀ ਲੈ ਸਕਦੇ ਹੋ ਜੀ, ਤੇ ਤੁਸੀਂ ਆਪਣਾ 5 ਸਾਲਾਂ ਦੇ ਅੰਦਰ ਆਪਣਾ ਜਿਹੜੀ ਕੈਪੀਟਲ ਆ ਜਾਂ ਰਾਜਧਾਨੀ ਉਹ ਵਸਾ ਲਓ। ਪਰ ਡੱਲਾ ਜੀ, ਹੁਣ ਮੈਨੂੰ ਲੱਗਦਾ 1966 ਚ ਜਿਹੜਾ 10 ਕਰੋੜ ਸੀ ਉਹ ਅੱਜ ਦੇ 500,000 ਕਰੋੜ ਦੇ ਬਰਾਬਰ ਹੋਏਗਾ। ਬਿਲਕੁਲ ਤੁਹਾਡੀ ਗੱਲ ਠੀਕ ਹੈ, ਬਿਲਕੁਲ ਠੀਕ ਹੈ। ਔਰ ਇਹ ਸਾਰਾ ਕੁਝ ਐਕਟਸ ਦੇ ਮੁਤਾਬਿਕ ਹੋਇਆ। ਉਸ ਤੋਂ ਬਾਅਦ 1970 ਦੇ ਵਿੱਚ ਇੰਦਰਾ ਗਾਂਧੀ ਜਿਹੜੇ ਪ੍ਰਾਈਮ ਮਿਨਿਸਟਰ ਸੀ, ਉਹਨਾਂ ਦੀ ਅਨਾਉਂਸਮੈਂਟ ਤੱਕ ਹੋ ਜਾਂਦੀ ਹੈ। ਲੇਕਿਨ ਉਹੀ ਗੱਲ ਆ, ਆਪਾਂ ਕੱਲ ਵੀ ਇਸ ਬਾਰੇ ਗੱਲ ਕੀਤੀ ਸੀ, ਇਤਿਹਾਸ ਹੀ ਬਣ ਕੇ ਰਹਿ ਜਾਂਦਾ। ਚੰਡੀਗੜ੍ਹ ਕਦੇ ਵੀ ਫਿਰ ਉਸ ਯੂਟੀ ਦੇ ਸਟੇਟਸ ਤੋਂ ਬਾਹਰ ਨਹੀਂ ਨਿਕਲ ਪਾਉਂਦਾ, ਔਰ ਚੰਡੀਗੜ੍ਹ ਨੂੰ ਕਦੇ ਵੀ ਪੰਜਾਬ ਨੂੰ ਵਾਪਸ ਨਹੀਂ ਮਿਲਦਾ। ਔਰ ਕਈ ਤਰ੍ਹਾਂ ਦੇ ਮੋਰਚੇ ਲੱਗਦੇ ਨੇ। 1973 ਦੇ ਵਿੱਚ ਆਪਾਂ ਨੂੰ ਪਤਾ ਹੀ ਹੈ, ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈ ਉਸ ਦਾ ਹੁੰਦਾ। ਉਸ ਤੋਂ ਬਾਅਦ 1982 ਦੇ ਵਿੱਚ ਜਾ ਕੇ ਧਰਮ ਯੁੱਧ ਮੋਰਚਾ ਲੱਗਦਾ। ਔਰ ਇੱਕ ਚੀਜ਼ ਤੁਹਾਨੂੰ ਮੈਂ ਹੋਰ ਦੱਸਾਂ, ਜਦੋਂ 1985 ਦੇ ਵਿੱਚ ਆਪਾਂ ਕੱਲ ਵੀ ਗੱਲ ਕਰ ਰਹੇ ਸੀਗੇ, ਜਦੋਂ ਰਾਜੀਵ ਲੌਂਗੋਵਾਲ ਹੋਣਾ ਦਾ ਜਿਹੜਾ ਰਾਜੀਵ ਗਾਂਧੀ ਲੌਂਗੋਵਾਲ ਹੋਣਾ ਦਾ ਸਮਝੌਤਾ ਹੁੰਦਾ, ਉਸ ਤੋਂ ਬਾਅਦ ਸਾਰਾ ਕੁਝ ਤੈਅ ਹੋਣ ਦੇ ਬਾਅਦ 1 ਮਹੀਨੇ ਦੇ ਅੰਦਰ ਅੰਦਰ ਹੀ ਉਹਨਾਂ ਦੀ ਅਸੈਸੀਨੇਸ਼ਨ ਹੋ ਜਾਂਦੀ ਹੈ, ਮਾਮਲਾ ਫਿਰ ਪਿੱਛੇ ਪੈ ਜਾਂਦਾ। ਮੈਂ ਇਹ ਸਾਰਾ ਕੁਝ ਇਸ ਕਰਕੇ ਦੱਸ ਰਿਹਾ ਕਿ ਅੱਜ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਕਹਿੰਦੇ ਨੇ ਕਿ ਇਸ ਤੇ ਸਾਡਾ ਪੂਰਾ ਹੱਕ ਆ, ਮੈਨੂੰ ਲੱਗਦਾ ਉਹ ਬਿਲਕੁਲ ਜਿਹੜੇ ਫੈਕਟਸ ਦੇ ਆਧਾਰ ਤੇ ਗੱਲ ਨਹੀਂ ਕਰ ਰਹੇ, ਜਿਹੜੇ ਪ੍ਰਮਾਣ ਨੇ ਉਹ ਇਸ ਤਰ੍ਹਾਂ ਦੇ ਨਹੀਂ ਆ। ਉਹਨਾਂ ਨੇ ਆਪਣਾ ਵਸਾਉਣਾ ਸੀ, ਉਹਨਾਂ ਨੂੰ ਜਿਹੜੀ ਅਕੋਮੋਡੇਸ਼ਨ ਸੀ, ਉਹਨਾਂ ਨੂੰ ਆਫਿਸਿਸ ਸੀ, ਉਹਨਾਂ ਨੂੰ ਯੂਜ਼ ਕਰਨ ਲਈ 5 ਸਾਲ ਦਿੱਤੇ ਸੀ। ਵੈਸੇ ਵੀ ਤੁਸੀਂ ਦੇਖੋ, ਇੱਕ ਮੈਂ ਅੱਜ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ। ਦੇਖੋ ਡੱਲਾ ਜੀ, ਜਿਹੜੀਆਂ ਵੀ ਸਟੇਟਸ ਦੇ ਵਿੱਚੋਂ ਕੋਈ ਨਵੀਂ ਸਟੇਟ ਬਣੀ ਆ, 1960 ਦੇ ਵਿੱਚ ਮਹਾਰਾਸ਼ਟਰ ਦੇ ਵਿੱਚੋਂ ਗੁਜਰਾਤ ਨਿਕਲਿਆ, ਤੇ ਮਹਾਰਾਸ਼ਟਰ ਨੂੰ ਜਿਹੜੀ ਕੈਪੀਟਲ ਸੀ ਉਹ ਮੁੰਬਈ ਮਿਲੀ ਆ, ਬੰਬੇ ਮਿਲੀ ਸੀ, ਜਿਹਨੂੰ ਆਪਾਂ ਪਹਿਲਾਂ ਬੰਬੇ ਕਹਿੰਦੇ ਸੀ। ਇਹ ਨਹੀਂ ਕਿ ਗੁਜਰਾਤ ਕੋਲੇ ਚਲੀ ਗਈ ਹੋਵੇ। ਅੱਛਾ, ਅੱਗੇ ਆ ਜਾਓ, ਬਿਹਾਰ ਦੇ ਵਿੱਚੋਂ ਜਦੋਂ ਤੁਸੀਂ ਦੇਖੋ ਝਾਰਖੰਡ ਬਣਦਾ, ਤੇ ਬਿਹਾਰ ਦੀ ਜਿਹੜੀ ਕੈਪੀਟਲ ਉਹ ਪਟਨਾ ਹੀ ਰਹਿੰਦੀ ਆ। ਇਸੇ ਤਰ੍ਹਾਂ
ਜੀ ਜੀ, ਯੂਪੀ ਦੇ ਵਿੱਚੋਂ ਉੱਤਰਾਖੰਡ ਨਿਕਲਦਾ ਤੇ ਯੂਪੀ ਦੀ ਜਿਹੜੀ ਕੈਪੀਟਲ ਆ ਉਹ ਤਾਂ ਲਖਨਊ ਹੀ ਰਹਿੰਦੀ ਆ। ਉਹ ਲਖਨਊ। ਛੱਤੀਸਗੜ੍ਹ, ਯਾਨੀ ਕਹਿਣ ਦਾ ਮਤਲਬ ਜਿਹੜੀ ਪੇਰੈਂਟ ਸਟੇਟ ਆ ਉਹਨੂੰ ਹਮੇਸ਼ਾ ਹੀ ਆਪਣੀ ਕੈਪੀਟਲ ਮਿਲਦੀ ਹੈ। ਸੋ ਸਾਡੀ ਪੇਰੈਂਟ ਸਟੇਟ ਪੰਜਾਬ ਆ, ਸੋ ਪੰਜਾਬ ਨੂੰ ਤਾਂ ਰਿਟੇਨ ਕਰਨਾ ਹੀ ਚਾਹੀਦਾ ਸੀ, ਸਾਡਾ ਤਾਂ ਇਸ ਕਰਕੇ ਵੀ ਅਧਿਕਾਰ ਬਣਦਾ। ਇੱਕ ਜੀ। ਹੋਰ ਚੀਜ਼ ਵੀ ਮੈਂ ਤੁਹਾਨੂੰ ਬੜੀ ਇੰਟਰਸਟਿੰਗ ਦੱਸਦਾ ਕਿ ਜੇ ਭਗਵੰਤ ਮਾਨ ਹੋਣਾ ਦੀ ਤੁਸੀਂ ਰੈਜ਼ੋਲੂਸ਼ਨ ਦੀ ਗੱਲ ਕੀਤੀ ਆ, ਡੱਲਾ ਜੀ 1967 ਤੋਂ ਬਾਅਦ 7ਵਾਂ ਜੀ। ਵਾਰ ਰਿਹਾ, 7ਵੀਂ ਵਾਰੀ ਹੈ ਇਸ ਵਾਰੀ ਜਿਹੜਾ ਇਹ ਰੈਜ਼ੋਲੂਸ਼ਨ ਪਾਸ ਹੋਇਆ। 1967 ਦੇ ਵਾਰੀ ਵਿੱਚ ਹੋਇਆ ਸੀ। ਜੀ। ਹਾਂਜੀ, ਇਹ 7 ਵਾਰੀ ਹੋ ਗਿਆ। ਇਹ ਨਹੀਂ ਹੈ ਕਿ ਪਹਿਲੀ ਵਾਰੀ ਇਹਨਾਂ ਨੇ ਕੋਈ ਰੈਜ਼ੋਲੂਸ਼ਨ ਲੈ ਆਂਦਾ। 1967 ਹੋ ਗਿਆ, 1972 ਹੋ ਗਿਆ, ਉਦੋਂ ਗੁਰਨਾਮ ਸਿੰਘ ਗਰੇਵਾਲ ਜਿਹੜੇ ਸੀਗੇ ਉਹ ਮੁੱਖ ਮੰਤਰੀ ਸੀ। ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਹੋਣਾ ਵੇਲੇ ਵੀ ਆਇਆ, ਸੁਰਜੀਤ ਸਿੰਘ ਬਰਨਾਲਾ ਹੋਣਾ ਦੇ ਵਕਤ ਵੀ ਇਸੇ ਤਰ੍ਹਾਂ ਦਾ ਰੈਜ਼ੋਲੂਸ਼ਨ ਪਾਸ ਹੋਇਆ। ਔਰ ਅਖੀਰਲੀ ਵਾਰੀ ਸਨ 2014 ਦੇ ਵਿੱਚ ਵੀ ਹੋਇਆ ਸੀ, ਉਦੋਂ ਪ੍ਰਕਾਸ਼ ਸਿੰਘ ਬਾਦਲ ਸੀ ਤੇ ਉਦੋਂ ਗੁਰਦੇਵ ਸਿੰਘ ਝੁੰਦਾ ਹੁੰਦੇ ਸੀ, ਉਹਨਾਂ ਨੇ ਇਹ ਰੈਜ਼ੋਲੂਸ਼ਨ ਲੈ ਕੇ ਆਂਦਾ ਸੀ। ਤੇ ਹੁਣ ਭਗਵੰਤ ਮਾਨ ਹੋਣਾ ਨੇ ਇਹ ਰੈਜ਼ੋਲੂਸ਼ਨ ਲੈ ਕੇ ਆਂਦਾ। ਮੇਰਾ ਕਹਿਣ ਦਾ ਭਾਵ ਆ ਕਿ ਅਸੀਂ ਰੈਜ਼ੋਲੂਸ਼ਨ ਬਹੁਤ ਪਾਏ ਆ, ਬੜਾ ਪੋਲੀਟੀਕਲੀ ਸਾਰਾ ਕੁਝ ਹੋਇਆ, ਲੇਕਿਨ ਕੁਝ ਬਣਿਆ ਨਹੀਂ, ਕਿਉਂਕਿ ਜਿਹੜੀ ਲੜਾਈ ਸੀ, ਜਿਹੜੀਆਂ ਪਾਰਟੀਆਂ ਸੀ ਉਹਨਾਂ ਦੇ ਵਿੱਚ ਜਾਂ ਤਾਂ ਮਨਸ਼ਾ ਜਾਂ ਜਿਹੜੀ ਨੀਅਤ ਤੇ ਨੀਅਤੀ, ਇਹ ਜਿਹੜੀਆਂ ਦੋ ਚੀਜ਼ਾਂ ਨੇ ਉਹ ਬਹੁਤ ਜ਼ਰੂਰੀ ਹੁੰਦੀਆਂ ਤੇ ਉਹ ਪੰਜਾਬ ਦੇ ਨਾਲ ਖੜੀਆਂ। ਜੀ ਜੀ ਮਨਪ੍ਰੀਤ ਜੀ, ਕੌਮੀ ਪਾਰਟੀਆਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਵੀ ਅਸੀਂ ਕੌਮੀ ਪਾਰਟੀਆਂ, ਸਾਡੇ ਲਈ ਸਾਰਾ ਦੇਸ਼ ਇੱਕੋ ਜਿਹਾ, ਉਹਨਾਂ ਨੂੰ ਲੱਗਦਾ ਹੈ, ਹੁੰਦਾ ਵੀ ਹੈ, ਸਾਰਾ ਦੇਸ਼ ਇੱਕੋ ਜਿਹਾ ਹੁੰਦਾ ਵੀ ਹੈ, ਪਰ ਫਿਰ ਵੀ ਸਾਰਿਆਂ ਦੇ ਆਪਣੇ ਆਪਣੇ ਹੱਕ ਹੁੰਦੇ ਨੇ। ਸਾਰਾ ਦੇਸ਼ ਇੰਡੀਆ ਹੈ, ਪਾਸਪੋਰਟ ਇੱਕੋ ਹੀ ਹੈ, ਪਰ ਫਿਰ ਵੀ ਪਾਸਪੋਰਟ ਤੇ ਲਿਖਿਆ ਹੁੰਦਾ ਨਾ ਕਿ ਮਨਪ੍ਰੀਤ ਜੀ ਦਾ ਜ਼ਿਲ੍ਹਾ ਕਿਹੜਾ ਹੈ, ਸੁਰਿੰਦਰ ਡੱਲੇ ਦਾ ਸ਼ਹਿਰ ਸੰਗਰੂਰ ਹੈ, ਇੰਡੀਆ ਦਾ ਨੈਸ਼ਨਲ ਸਿਟੀਜ਼ਨ ਆ, ਪਰ ਮੇਰਾ ਸ਼ਹਿਰ ਵੀ ਦਰਜ ਹੁੰਦਾ ਹੈ। ਸੋ ਕੌਮੀ ਪਾਰਟੀਆਂ ਕਿਤੇ ਜਿਹੜੇ ਸ਼ਹਿਰ ਤੇ ਉਹਨਾਂ ਕੋਲੇ ਲੱਗਦਾ, ਜਿਵੇਂ ਚੰਡੀਗੜ੍ਹ ਵਰਗੀ ਕੈਪੀਟਲ ਹੈ, ਕੌਮੀ ਪਾਰਟੀਆਂ ਨੂੰ ਲੱਗਦਾ ਹੈ ਵੀ ਇਹ ਸਾਡੇ ਅਧਿਕਾਰ ਖੇਤਰ 'ਚ ਹੈ, ਅਸੀਂ ਇਹਨੂੰ ਸੂਬੇ ਕੋਲੇ ਕਿਉਂ ਦਈਏ, ਕਿਤੇ ਦੂਸਰੀਆਂ ਪਾਰਟੀਆਂ ਇਹ ਨਾ ਕਹਿਣ ਵੀ ਇਹ ਆਪਣੇ ਹਿੱਸੇ ਦੀ ਜਿਹੜੀ ਸਥਾਪਤੀ ਬਣੀ ਹੋਈ ਹੈ, ਜਿਹੜਾ ਢਾਂਚਾ ਬਣਿਆ ਹੋਇਆ ਹੈ, ਉਹਨੂੰ ਜਾਣਬੁੱਝ ਕੇ ਸੂਬੇ ਨੂੰ ਦੇ ਕੇ ਸੂਬੇ ਨੂੰ ਤਾਕਤਵਰ ਕਰੀ ਜਾਂਦੇ ਹੈ, ਜਿਹਦੇ ਨਾਲ ਦੇਸ਼ ਨਹੀਂ ਕਮਜ਼ੋਰ ਹੋਣਾ, ਪੋਲੀਟੀਕਲ ਪਾਰਟੀ ਨੂੰ ਇਹ ਲੱਗਦਾ ਵੀ ਅਸੀਂ ਕਮਜ਼ੋਰ ਹੋਵਾਂਗੇ ਜੀ। ਚੰਡੀਗੜ੍ਹ ਨੂੰ ਲੈ ਕੇ ਵੀ ਜਿਹੜੀ ਖੇਤਰੀ ਤੇ ਕੌਮੀ ਪਾਰਟੀਆਂ ਦੀ ਆਪਸੀ ਸੋਚ ਹੈ ਕਿ ਉਹ ਇਹੀ ਹੈ ਕਿ ਕਾਂਗਰਸ ਨੂੰ ਵੀ ਇਹ ਲੱਗਦਾ ਸੀ ਵੀ ਜੇ ਅਸੀਂ ਚੰਡੀਗੜ੍ਹ ਪੰਜਾਬ ਨੂੰ ਦੇਤਾ ਤੇ ਅਸੀਂ ਨਾ ਕਿਤੇ ਕਮਜ਼ੋਰ ਹੋ ਜਾਈਏ ਦੇਸ਼ ਦੇ ਦੂਜੇ ਹਿੱਸਿਆਂ 'ਚ। ਬੀਜੇਪੀ ਨੂੰ ਵੀ ਇਹ ਲੱਗਦਾ ਸੀ ਵੀ ਜੇ ਅਸੀਂ ਚੰਡੀਗੜ੍ਹ ਪੰਜਾਬ ਨੂੰ ਦੇਤਾ ਤੇ ਕਿਤੇ ਪੰਜਾਬ ਦਾ ਮਾਹੌਲ ਹੈ ਜਿਹੜਾ ਉਹਦੇ ਹਿਸਾਬ ਨਾਲ ਹੀ ਫੈਸਲੇ ਹੋ ਜਾਣੇ ਨੇ। ਕਿਤੇ ਆਮ ਆਦਮੀ ਪਾਰਟੀ ਇਹ ਤਾਂ ਨਹੀਂ ਸੋਚੂ ਵੀ ਜੇ ਅਸੀਂ ਚੰਡੀਗੜ੍ਹ ਪੰਜਾਬ ਲਈ ਮੰਗ ਲਿਆ ਅਰਵਿੰਦ ਕੇਜਰੀਵਾਲ ਵੱਲੋਂ, ਹਜੇ ਤੱਕ ਅਰਵਿੰਦ ਕੇਜਰੀਵਾਲ ਨੇ ਮੰਗ ਨਹੀਂ ਕੀਤੀ ਵੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ। ਕਿਤੇ ਅਰਵਿੰਦ ਕੇਜਰੀਵਾਲ ਦੇ ਮਨ 'ਚ ਇਹ ਤਾਂ ਨਹੀਂ ਵੀ ਜੇ ਅਸੀਂ ਕਹਿਤਾ ਵੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਤੇ ਕਿਤੇ ਅਸੀਂ ਇਹ ਨਾ ਹੋਵੇ ਚੰਡੀਗੜ੍ਹ ਦੀ ਸੀਟ ਜਿੱਤ ਹੀ ਨਾ ਸਕੀਏ, ਕਿਉਂਕਿ ਚੰਡੀਗੜ੍ਹ ਦੇ ਬਹੁਤ ਸਾਰੇ ਲੋਕ ਨੇ ਉਹ ਚਾਹੁੰਦੇ ਹੋਣਗੇ ਅਸੀਂ ਤਾਂ ਕੇਂਦਰ ਨਾਲ ਰਹੀਏ। ਕੋਈ ਇਸ ਤਰੀਕੇ ਦੇ ਮਨ 'ਚ ਸਵਾਲ ਤਾਂ ਨਹੀਂ ਪੈਦਾ ਹੁੰਦੇ ਪੋਲੀਟੀਕਲ ਪਾਰਟੀਆਂ ਦੇ ਵੱਡੀਆਂ ਦੇ? ਦੇਖੋ ਡੱਲਾ ਜੀ, ਤਾਂ ਬਹੁਤ ਜਿਹੜਾ ਤੁਸੀਂ ਅਹਿਮ ਫਿਰ ਜਿਹੜਾ ਸਵਾਲ ਜਿਹੜਾ ਚੱਕਿਆ, ਦਰਅਸਲ ਜਿਹੜੀਆਂ ਕੇਂਦਰ ਦੇ ਵਿੱਚ ਜਦੋਂ ਵੀ ਜਿਹੜੀ ਵੀ ਪਾਰਟੀ ਰਹੀ ਆ ਉਹ ਹਮੇਸ਼ਾ ਹੀ ਸੂਬਿਆਂ ਨੂੰ ਕੰਟਰੋਲ ਕਰਨਾ ਚਾਹੁੰਦੀ ਆ ਜੀ। ਇਹਨਾਂ ਨੂੰ ਇਹ ਲੱਗਦਾ ਕਿ ਜੇ ਸੂਬਿਆਂ ਨੂੰ ਅਸੀਂ ਵੱਧ ਅਧਿਕਾਰ ਦੇਤੇ ਜਾਂ ਜਿਹੜੇ ਫੈਡਰਲ ਰਾਈਟਸ ਵੱਧ ਦੇਤੇ, ਇਹਨਾਂ ਨੂੰ ਖੁਦਮੁਖਤਿਆਰੀ ਦੇਤੀ ਤੇ ਕਿਤੇ ਆਪਣੇ ਆਪ 'ਚ ਸਾਡੀ ਜਿਹੜੀ ਇੰਪੋਰਟੈਂਸ ਆ ਜਾਂ ਜੇ ਇਹ ਸਾਨੂੰ ਤਵੱਜੋ ਦੇਣੀ ਨਾ ਬੰਦ ਕਰ ਦੇਣ। ਤੁਸੀਂ ਦੇਖੋ ਕਿੰਨੀਆਂ ਜਿਹੜੀਆਂ ਸਾਡੀਆਂ ਲੜਾਈਆਂ ਲੜੀਆਂ ਜਾਂ ਕਿੰਨੀ ਵਾਰੀ ਕੇਂਦਰ ਦੇ ਨਾਲ ਸਾਨੂੰ ਜਾ ਕੇ ਬਹਿਣਾ ਪਿਆ, ਗੱਲਬਾਤ ਕਰਨੀ ਪਈ, ਕਈ ਵਾਰ ਮਿੰਨਤ ਤਰਲੇ ਵੀ ਕਰਨੇ ਪਏ, ਪਰ ਕੇਂਦਰ ਨੇ ਕਦੇ ਸੁਣੀ ਨਹੀਂ, ਚਾਹੇ ਜਿਸ ਦੀ ਵੀ ਸਰਕਾਰ ਕਿਉਂ ਨਾ ਰਹੀ ਹੋਵੇ। ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਨੇ ਪਹਿਲਾਂ ਲੜਾਈਆਂ ਲੜੀਆਂ, ਕੀ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਸੀ ਕੀ ਇਹਨਾਂ ਨੇ ਮਨਾ ਲਿਆ ਕਿ ਤੁਸੀਂ ਸਾਨੂੰ ਚੰਡੀਗੜ੍ਹ ਵਾਪਸ ਦੇ ਦਿਓ ਜਾਂ ਜਿਹੜੇ ਪੰਜਾਬੀ ਬੋਲਦੇ ਇਲਾਕੇ ਆ ਉਹ ਵਾਪਸ ਮਿਲ ਜਾਣ? ਦਰਅਸਲ ਇਹੀ ਗੱਲ ਰਹੀ ਆ। ਔਰ ਤੁਸੀਂ ਦੇਖੋ ਪੰਜਾਬ ਦੇ ਵਿੱਚ ਕਾਂਗਰਸ ਦੀ ਕਿੰਨੀ ਵਾਰੀ ਸਰਕਾਰ ਰਹੀ ਆ ਔਰ ਕੇਂਦਰ ਦੇ ਵਿੱਚ ਵੀ ਉਸੇ ਤਰ੍ਹਾਂ ਦੀ ਸਰਕਾਰ। 2018 ਦੇ ਵਿੱਚ ਮਨੋਹਰ ਲਾਲ ਖੱਟਰ ਉਹਨਾਂ ਨੇ ਇੱਕ ਵਾਰੀ ਗੱਲ ਕਹੀ ਸੀ ਕਿ ਆਪਾਂ ਇੱਕ ਸਪੈਸ਼ਲ ਕਮੇਟੀ ਬਣਾ ਕੇ ਹੁਣ ਇਹਨੂੰ ਦੁਬਾਰਾ ਮੁੱਦੇ ਨੂੰ ਵਿਚਾਰਦੇ ਹਾਂ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੇ ਉਦੋਂ ਬਿਲਕੁਲ ਨਾ ਕਰ ਦਿੱਤੀ ਸੀ। ਉਹ ਕਹਿੰਦੇ ਨਹੀਂ, ਅਸੀਂ ਇਸ ਤਰ੍ਹਾਂ ਦੀ ਕਮੇਟੀ ਨਹੀਂ ਬਣਨ ਦੇਣੀ। ਸੋ ਇਹ ਤਾਂ ਚੀਜ਼ਾਂ ਹੁੰਦੀਆਂ ਰਹੀਆਂ, ਇੱਕ ਦੂਸਰੇ ਨੂੰ ਨਾ ਕਰ ਦੋ, ਅਸੀਂ ਕਮੇਟੀ ਨਹੀਂ ਬਣਾਉਣੀ, ਲੇਕਿਨ ਜਿਹੜਾ ਮੂਲ ਮੁੱਦਾ ਉਹ ਉੱਥੇ ਹੀ ਖੜਾ ਰਿਹਾ। ਕੇਂਦਰ ਨੂੰ ਵੀ ਕਿਤੇ ਲੱਗਣ ਲੱਗਾ, ਜਿਹੜੀ ਵੀ ਪਾਰਟੀ ਸੱਤਾ ਚਾਹੁੰਦੀ ਸੀ ਕਿ ਚਲੋ ਪੰਜਾਬ ਦੀ ਸਾਡੇ ਤੇ ਨਿਰਭਰਤਾ ਤਾਂ ਰਹਿੰਦੀ ਆ, ਪੰਜਾਬ ਤਾਂ ਸਾਡੇ ਤੇ ਨਿਰਭਰ ਰਹਿੰਦਾ ਜਾਂ ਸਾਡੇ ਵੱਲ ਵੇਖਦਾ, ਹਰ ਵਾਲੀ ਚੱਕ ਕੇ ਜੇ ਇਹਨਾਂ ਨੂੰ ਅਸੀਂ ਖੁਦਮੁਖਤਿਆਰੀ ਦੇਤੀ, ਹੋ ਸਕਦਾ ਇਹ ਸਾਡੇ ਵੱਲ ਉਨੀ ਤਵੱਜੋ ਦੇਣ ਹੀ ਨਾ,
ਔਰ ਵੈਸੇ ਵੀ ਇਹ ਜੀ ਬਾਰਡਰ ਸਟੇਟ ਆ, ਸਾਨੂੰ ਇਹਨੂੰ ਵੈਸੇ ਵੀ ਕੰਟਰੋਲ ਕਰਨਾ ਚਾਹੀਦਾ। ਬਹੁਤ ਸਾਰੀ ਇਸ ਤਰ੍ਹਾਂ ਦੀ ਚੀਜ਼ਾਂ ਨੇ ਜਿਸ ਕਰਕੇ ਉਹਨਾਂ ਨੂੰ ਕਦੇ ਵੀ ਇਹਨਾਂ ਨੂੰ ਉਸ ਤਰ੍ਹਾਂ ਦੀ ਆਜ਼ਾਦੀ ਨਹੀਂ ਦਿੱਤੀ, ਔਰ ਅੱਜ ਇਸੇ ਕਰਕੇ ਇਹ ਜਿਹੜਾ ਮੁੱਦਾ ਇੰਨਾ ਤੂਲ ਫੜ ਗਿਆ। ਦੇਖੋ, ਪਾਰਟੀ ਦੀ ਕਿਸੇ ਦੀ ਵੀ ਸਰਕਾਰ ਹੋਵੇ ਪੰਜਾਬ ਦੇ ਵਿੱਚ, ਡੱਲਾ ਜੀ, ਇੱਕ ਗੱਲ ਬਹੁਤ ਇੰਪੋਰਟੈਂਟ ਆ, ਜੇ ਇਹ ਮੁੱਦਾ ਇਸੇ ਤਰ੍ਹਾਂ ਲਟਕਦਾ ਰਿਹਾ ਜਾਂ ਜਿਹੜੇ ਹੋਰ ਤੁਸੀਂ ਬੜੀ ਵਧੀਆ ਇੱਕ ਗੱਲ ਕਹੀ ਆ ਕਿ ਖੇਤਰੀ ਮੁੱਦੇ ਬਹੁਤ ਨੇ, ਇੱਥੋਂ ਜੀ ਦੇ ਸਿੱਖ ਭਾਈਚਾਰੇ ਦੇ ਮੁੱਦੇ ਹੋਣ, ਪੰਜਾਬ ਦੇ ਆਪਣੇ ਮਸਲੇ ਹੋਣ, ਆਉਣ ਵਾਲੇ ਦਿਨਾਂ 'ਚ ਜੇ ਸਾਨੂੰ ਅੱਜ ਲੱਗਦਾ ਕਿ ਚਲੋ ਇੱਕ ਨਵੀਂ ਸਰਕਾਰ ਬਣੀ ਆ, ਪਰ ਜੇ ਇਹ ਸਰਕਾਰ ਉਹਨਾਂ ਮੁੱਦਿਆਂ ਵੱਲ ਧਿਆਨ ਨਹੀਂ ਦੇਏਗੀ, ਚਾਹੇ ਉਹ ਕਿਸੇ ਤਰ੍ਹਾਂ ਦੇ ਵੀ ਮੁੱਦੇ ਹੋਣ, ਜੇ ਉਹਨਾਂ ਤੋਂ ਭੱਜਣ ਦੀ ਕੋਸ਼ਿਸ਼ ਕਰੇਗੀ। ਪਿਛਲੇ ਦਿਨਾਂ 'ਚ ਤੁਸੀਂ ਇੱਕ ਗੱਲ ਕੀਤੀ ਹੈ, ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦੀ ਗੱਲ ਕੀਤੀ ਆ, ਮੈਨੂੰ ਯਾਦ ਆ ਜਦੋਂ ਵੀ ਅਰਵਿੰਦ ਕੇਜਰੀਵਾਲ ਹੋਣਾ ਤੋਂ ਪੁੱਛਿਆ ਜਾਂਦਾ ਸੀ ਜਾਂ ਭਗਵੰਤ ਮਾਨ ਹੋਣਾ ਤੋਂ, ਅਕਸਰ ਉਹ ਕਿਨਾਰਾ ਕਰ ਜਾਂਦੇ ਸੀ। ਹਾਲਾਂਕਿ ਦਿੱਲੀ ਸਰਕਾਰ ਨੇ ਉਹ ਕਮੇਟੀ ਬਣਾਈ ਸੀ, ਸਤਿੰਦਰ ਜੈਨ ਜਿਹੜੇ ਕਿ ਉੱਥੋਂ ਦੇ ਹੋਮ ਮਿਨਿਸਟਰ ਨੇ, ਚੇਅਰਮੈਨ ਨੇ ਉਹਦੇ ਉਹਨਾਂ ਦੇ ਅਧੀਨ ਬਣੀ ਸੀ, ਹਾਂਜੀ ਚੇਅਰਮੈਨ ਸੀ ਉਹਦੇ। ਬਿਲਕੁਲ। ਲੇਕਿਨ ਉਸ ਤੋਂ ਬਾਵਜੂਦ ਇਹ ਕਹਿੰਦੇ ਸੀ ਕਿ ਸੈਂਟੈਂਸ ਰਿਵਿਊ ਕਮੇਟੀ, ਸੈਂਟੈਂਸ ਰਿਵਿਊ ਕਮੇਟੀ, ਹਾਂਜੀ ਐਬਸੋਲੂਟਲੀ 7 ਮੈਂਬਰ ਸੀ ਉਹਦੇ ਚ ਬਾਕੀ ਕਈ ਤਰ੍ਹਾਂ ਦੇ ਆਫੀਸ਼ੀਅਲ ਸੀ। ਸੋ ਹਰ ਵਾਰੀ ਜਦੋਂ ਉਦੋਂ ਗੱਲ ਕਹਿਣਾ, ਮੈਨੂੰ ਇਹ ਵੀ ਯਾਦ ਆ ਚੋਣਾਂ ਤੋਂ ਪਹਿਲਾਂ ਜਦੋਂ ਸਿਰਸਾ ਡੇਰਾ ਮੁਖੀ ਨੂੰ ਫਰਲੋ ਮਿਲੀ ਸੀ ਤੇ ਭਗਵੰਤ ਮਾਨ ਹੋਣਾ ਤੋਂ ਉਦੋਂ ਪੁੱਛਿਆ ਗਿਆ ਸੀ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ। ਉਹ ਕਹਿੰਦੇ ਜੀ ਮੈਟਰ ਸਬ ਜੁਡਿਸ ਆ, ਇਹ ਤਾਂ ਹਜੇ ਕੋਰਟ ਦੇ ਵਿੱਚ ਆ। ਹਾਲਾਂਕਿ ਕੋਰਟ ਦੇ ਵਿੱਚ ਕੋਈ ਮਾਮਲਾ ਨਹੀਂ ਸੀ, ਨਾ ਕੋਈ ਅਦਾਲਤ ਦਾ ਮਾਮਲਾ ਸੀ, ਹਰਿਆਣਾ ਸਰਕਾਰ ਨੇ ਡੇਰਾ ਮੁਖੀ ਨੂੰ ਫਰਲੋ ਦਿੱਤੀ ਸੀ। ਕਹਿਣ ਦਾ ਮਤਲਬ ਕਿ ਉਸ ਟਾਈਮ ਚੋਣਾਂ ਸੀ, ਹੋ ਸਕਦਾ ਤੁਸੀਂ ਕਈ ਮੁੱਦਿਆਂ ਤੋਂ ਬਚ ਕੇ ਨਿਕਲ ਗਏ ਹੋ, ਪਰ ਬਤੌਰ ਮੁੱਖ ਮੰਤਰੀ, ਬਤੌਰ ਸਰਕਾਰ ਜਦੋਂ ਤੁਸੀਂ ਮਤੇ ਲੈ ਕੇ ਆਉਣੇ ਹੋ, ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਵਿਰੋਧੀ ਪਾਰਟੀਆਂ ਜਾਂ ਵੈਸੇ ਵੀ ਪੰਜਾਬ ਦੇ ਲੋਕ ਬਚ ਕੇ ਨਿਕਲਣ ਦਾ ਮੌਕਾ ਦੇਣਗੇ। ਜਦੋਂ 92 ਲੋਕਾਂ ਦਾ ਸਮਰਥਨ ਤੁਹਾਨੂੰ ਦਿੰਦੇ ਨੇ ਜਾਂ ਤੁਹਾਨੂੰ ਵੋਟਾਂ ਦਿੰਦੇ ਨੇ, MLAs ਬਣਾਉਂਦੇ ਨੇ, ਤੇ ਫਿਰ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ, ਆਸਾਂ ਨੇ, ਉਹ ਬਹੁਤ ਵੱਧ ਗਈਆਂ। ਉਹ ਚਾਹੁੰਦੇ ਨੇ ਕਿ ਹਰ ਮਸਲੇ ਦਾ ਹੱਲ ਜਿਹੜਾ ਰਵਾਇਤੀ ਪਾਰਟੀਆਂ ਨਹੀਂ ਕਰ ਸਕੀਆਂ, ਉਹ ਇਹ ਜ਼ਰੂਰ ਕਰਨ। ਜੀ ਦੇਖੋ ਮਨਪ੍ਰੀਤ ਜੀ, ਬੜੀ ਪੁਰਾਣੀ ਜੀ ਕਹਾਵਤ ਹੈ, ਕਹਿੰਦੇ ਜੇ ਪਾਣੀ ਦੀ ਬੂੰਦ ਬੂੰਦ ਪੱਥਰ ਤੇ ਵੀ ਟਿਪਕਦੀ ਰਵੇ ਤੇ ਪੱਥਰ ਵੀ ਪਿਘਲ ਜਾਂਦਾ। ਪਾਣੀ ਦੀ ਬੂੰਦ ਬੂੰਦ ਪੱਥਰ ਤੇ ਆਪਣੀ ਥਾਂ ਬਣਾ ਲੈਂਦੀ ਹੈ। ਹੁਣ ਗੱਲ ਪਾਣੀ ਦੀ ਵੀ ਹੈ। ਦੇਖੋ SYL ਦਾ ਮਸਲਾ ਖੜਾ ਹੈ, ਅਸੀਂ ਭਾਵੇਂ ਜਿਵੇਂ ਮਰਜ਼ੀ ਅਣਜਾਣ ਬਣੇ ਰਹੀਏ, SYL ਦਾ ਮਸਲਾ ਖੜਾ ਹੈ। ਉਸ ਦਿਨ ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਉਹਨਾਂ ਨੇ ਵੀ ਗੱਲ ਕੀਤੀ, ਮਨੋਹਰ ਲਾਲ ਖੱਟੜ ਨੇ ਵੀ ਪਾਣੀ ਮੰਗ ਲਿਆ ਸੀ ਜਦੋਂ ਭਗਵੰਤ ਮਾਨ ਜੀ ਹੋਲੀ ਖੇਡ ਕੇ ਮੁੜੇ। SYL ਦਾ ਮਸਲਾ ਆਉਂਦੇ ਦਿਨਾਂ ਦੇ ਵਿੱਚ ਸਾਹਮਣੇ ਆਉਣਾ ਹੀ ਆਉਣਾ, ਔਰ ਫਿਰ ਮਸਲਾ ਉਹੀ ਹੈ, ਉਹ ਸਾਡਾ ਖੇਤਰੀ ਮੁੱਦਾ ਹੈ। ਪਾਣੀ ਸਾਡੇ ਪੰਜਾਬ ਦਾ ਖੇਤਰੀ ਮੁੱਦਾ ਹੈ। ਬਾਰ-ਬਾਰ ਮੈਂ ਉਧਰ ਕਿਉਂ ਲੈ ਕੇ ਜਾ ਰਹੇ ਹਾਂ, ਕਿਉਂਕਿ ਆਮ ਆਦਮੀ ਪਾਰਟੀ ਨੂੰ ਅਸੀਂ ਬਦਲਾਅ ਦੇ ਤੌਰ ਤੇ ਦੇਖਦੇ ਹਾਂ ਕਿ ਆਮ ਆਦਮੀ ਪਾਰਟੀ ਹਕੀਕਤ 'ਚ ਮਹਿਸੂਸ ਕਰੂਗੀ ਕਿ ਸਤਲੁਜ ਯਮੁਨਾ ਲਿੰਕ ਨਹਿਰ ਪਾਣੀ ਪੰਜਾਬ ਦਾ ਮੁੱਦਾ ਹੈ। ਦਵਿੰਦਰਪਾਲ ਸਿੰਘ ਭੁੱਲਰ ਵਰਗੇ ਜਿੰਨੇ ਸਿੱਖ ਕੈਦੀ ਆ, ਉਹਨਾਂ ਦੀ ਰਿਹਾਈ ਪੰਜਾਬ ਦੇ ਮੁੱਦੇ ਨੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਮੁੱਦੇ ਨੇ। ਦੇਖੋ ਇੱਕ ਗੱਲ ਉਹਨਾਂ ਨੇ ਨਹੀਂ ਮਹਿਸੂਸ ਕੀਤੀ ਕਿ ਦੇਸ਼ ਦੀ ਰਾਜ ਸਭਾ 'ਚ ਜਦੋਂ ਤੁਸੀਂ 5 ਮੈਂਬਰ ਭੇਜਣੇ ਨੇ, ਕਿ ਤੁਸੀਂ ਉਹ 5 ਮੈਂਬਰ ਭੇਜਣ ਵੇਲੇ ਆਮ ਆਦਮੀ ਪਾਰਟੀ ਨੇ ਕੀ ਖੇਤਰੀ ਸੰਤੁਲਨ ਬਣਾਇਆ? ਕੀ ਖੇਤਰੀ ਲੀਡਰ ਭੇਜੇ ਗਏ? ਨਹੀਂ ਸੰਤੁਲਨ ਬਣਿਆ। ਕਿ ਉਹ ਬੰਦੇ, ਉਹ ਲੀਡਰ ਭੇਜੇ ਗਏ ਜਿਹੜੇ ਖੇਤਰੀ ਮੁੱਦਿਆਂ ਨੂੰ ਸਮਝਦੇ ਨੇ, ਖੇਤਰੀ ਮੁੱਦਿਆਂ ਤੇ ਸੰਘਰਸ਼ ਕਰਦੇ ਨੇ, ਖੇਤਰੀ ਮੁੱਦਿਆਂ 'ਚ ਜਿਉਂਦੇ ਨੇ? ਨਹੀਂ ਭੇਜੇ ਗਏ। ਹੁਣ ਅਸੀਂ ਕੀ ਆਸ ਕਰੀਏ ਜਦੋਂ SYL ਦੀ ਗੱਲ ਅੱਗੇ ਤੁਰਨੀ ਹੈ? ਸੁਪਰੀਮ ਕੋਰਟ ਨੇ ਜਲਦ ਉਹਦੇ ਤੇ ਕੋਈ ਨਾ ਕੋਈ ਫੈਸਲਾ ਦੇਣਾ ਹੈ। ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪੰਜਾਬ ਤੇ ਹਰਿਆਣਾ ਆਪਸ 'ਚ ਤੈਅ ਕਰ ਲਓ ਕੇਂਦਰ ਨਾਲ ਮਿਲ ਕੇ, ਫਿਰ ਸਾਡੇ ਕੋਲੇ ਆਓ। ਉਸ ਮਸਲੇ ਨੇ ਆਉਣਾ ਹੀ ਆਉਣਾ ਅੱਗੇ ਹੈ। ਸਾਡੇ ਸਿੱਖ ਕੈਦੀਆਂ ਦੇ ਮਸਲੇ ਨੇ, ਸਾਡੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਨੇ। ਇਹ ਮਸਲਿਆਂ ਨੂੰ ਕਿਵੇਂ ਨਜਿੱਠੂਗੀ ਆਪ ਤੇ ਭਗਵੰਤ ਮਾਨ? ਕਿਉਂਕਿ ਬੜਾ ਇਹ ਸਵਾਲ, ਕਈ ਲੋਕ ਕਹਿ ਸਕਦੇ ਨੇ ਕਿ ਆਮ ਆਦਮੀ ਪਾਰਟੀ ਨੂੰ ਸਮਾਂ ਦੇਣਾ ਚਾਹੀਦਾ, ਬਿਲਕੁਲ ਦੇਣਾ ਚਾਹੀਦਾ, ਪਰ ਮੈਂ ਤਾਂ ਗੱਲ ਇਹ ਕਰਦਾ ਵੀ ਆਮ ਆਦਮੀ ਪਾਰਟੀ ਦੀ ਸਾਡੀ ਖੇਤਰਵਾਦ ਦੀ ਸਮਝ ਕਿੰਨੀ ਹੈ? ਆਮ ਆਦਮੀ ਪਾਰਟੀ ਸਾਨੂੰ ਦੱਸੇ ਵੀ ਮੈਂ ਇਸ ਤਰ੍ਹਾਂ ਸਮਝਦੀ ਹਾਂ ਖੇਤਰੀ ਮੁੱਦਿਆਂ ਨੂੰ। ਤੁਸੀਂ ਕੀ ਸੋਚਦੇ? ਦੇਖੋ, ਮੈਂ ਡੱਲਾ ਜੀ, ਮੇਰਾ ਇਹ ਜੀ ਕਰਦਾ ਕਿ ਤੁਹਾਨੂੰ ਇੱਕ ਮੈਂ ਉਦਾਹਰਨ ਦੇਣੀ ਚਾਹੁੰਦਾ। ਜਿਸ ਤਰ੍ਹਾਂ ਦਾ ਸਮਰਥਨ ਆਮ ਆਦਮੀ ਪਾਰਟੀ ਨੂੰ ਇਸ ਵਾਰੀ ਮਿਲਿਆ, ਉਹ ਵਾਕਿਆ ਹੈਰਾਨ ਕਰਨ ਵਾਲਾ ਵੀ ਸੀ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਉਮੀਦ ਬਣਾਉਣ ਵਾਲਾ ਵੀ ਸੀਗਾ ਕਿ ਚਲੋ ਕਿਸੇ ਪਾਰਟੀ ਨੂੰ ਐਡਾ ਵੱਡਾ ਸਮਰਥਨ ਮਿਲਿਆ, ਨਵੇਂ ਵਿਅਕਤੀ ਆਏ ਨੇ, ਇਹ ਰਵਾਇਤੀ ਪਾਰਟੀ ਦੇ ਨਾਲ ਨਹੀਂ ਜੁੜੇ ਆ ਤੇ ਸ਼ਾਇਦ ਪੰਜਾਬ ਦਾ ਹੁਣ ਭਲਾ ਹੋਣ ਜਾ ਰਿਹਾ। ਪਰ ਮੈਂ ਨਾਲ ਦੀ ਨਾਲ ਤੁਹਾਨੂੰ ਇੱਕ ਉਦਾਹਰਨ ਦਊਂਗਾ 1985 ਦੇ ਵਿੱਚ ਜਦੋਂ ਰਾਜੀਵ ਲੌਂਗੋਵਾਲ ਹੋਣਾ ਦਾ ਅਕਾਰਡ ਹੁੰਦਾ ਤੇ ਨਾਲ ਦੀ ਨਾਲ ਇੱਕ ਹੋਰ ਅਕਾਰਡ ਵੀ ਹੁੰਦਾ, ਉਹ ਅਸਾਮ ਦਾ ਅਕਾਰਡ ਹੁੰਦਾ।
ਔਰ 1985 ਦੇ ਵਿੱਚ ਹੀ ਉੱਥੇ ਇੱਕ ਸਰਕਾਰ ਆਉਂਦੀ ਆ ਪ੍ਰਫੁੱਲ ਕੁਮਾਰ ਮਹੰਤਾ ਦੀ। ਆਲ ਜੀ ਅਸਾਮ ਸਟੂਡੈਂਟ ਯੂਨੀਅਨ ਦੇ ਉਹ ਪ੍ਰਧਾਨ ਹੁੰਦੇ ਆ। ਔਰ ਡੱਲਾ ਜੀ, ਮੈਂ ਤੁਹਾਨੂੰ ਇਹ ਦੱਸਾਂ ਕਿ ਜਿਹੜੇ ਪ੍ਰਫੁੱਲ ਕੁਮਾਰ ਮਹੰਤਾ ਉੱਥੋਂ ਦੇ ਮੁੱਖ ਮੰਤਰੀ ਬਣਦੇ ਨੇ, ਉਹਨਾਂ ਦੀ ਉਮਰ ਉਸ ਵੇਲੇ ਕੇਵਲ 33 ਵਰ੍ਹਿਆਂ ਦੀ ਸੀ, 33 ਇਅਰਸ। ਅੱਜ ਵੀ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਰਿਕਾਰਡ ਆ ਕਿ ਉਹਨਾਂ ਤੋਂ ਯੰਗ ਕੋਈ ਵੀ ਮੁੱਖ ਮੰਤਰੀ ਹਜੇ ਪੂਰੇ ਕੋਈ ਨਹੀਂ। ਹਿੰਦੁਸਤਾਨ 'ਚ ਨਹੀਂ ਬਣਿਆ। ਉਹਨਾਂ ਤੋਂ ਬਾਅਦ ਫਾਰੂਕ ਅਬਦੁੱਲਾ ਸ਼ਾਇਦ ਆਏ ਸੀ ਜੀ, ਤੁਸੀਂ ਦੇਖੋ ਡੱਲਾ ਜੀ, ਉਸ ਤੋਂ ਬਾਅਦ ਸਾਰੇ ਉਹਨਾਂ ਦੇ ਐਮਐਲਏ ਨਵੇਂ ਚੁਣ ਕੇ ਆਏ ਸੀਗੇ। ਕਿਸੇ ਨੂੰ ਕੋਈ ਐਕਸਪੀਰੀਅੰਸ ਨਹੀਂ, ਨਾ ਹੀ ਪ੍ਰਫੁੱਲ ਕੁਮਾਰ ਮਹੰਤਾ ਤੋਂ। ਇੱਕ ਅੰਦੋਲਨ ਤੋਂ ਨਿਕਲੀ ਹੋਈ ਉਹ ਪਾਰਟੀ ਸੀ ਤੇ ਉਹਨਾਂ ਨੂੰ ਉਹ ਜਿਹੜਾ ਐਡਾ ਵੱਡਾ ਸਮਰਥਨ ਮਿਲਿਆ। ਲੇਕਿਨ ਅੱਜ ਦੀ ਤਰੀਕ ਦੇ ਵਿੱਚ ਜਿਸ ਤਰ੍ਹਾਂ ਬੀਜੇਪੀ ਬਹੁਤ ਤਾਕਤਵਰ ਪਾਰਟੀ ਹੈ ਕੇਂਦਰ ਦੇ ਵਿੱਚ, ਉਸ ਟਾਈਮ ਡੱਲਾ ਜੀ ਰਾਜੀਵ ਗਾਂਧੀ ਦੀ 400 ਤੋਂ ਵੀ ਵੱਧ ਸੀਟਾਂ ਵਾਲੀ ਪਾਰਟੀ ਕੇਂਦਰ ਦੇ ਵਿੱਚ ਸੀ। ਲਗਭਗ ਇਸੇ ਤਰ੍ਹਾਂ ਦਾ ਸਾਰਾ ਕੁਝ ਚੱਲ ਰਿਹਾ ਸੀ। ਔਰ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਉਸ ਵਕਤ ਵੀ ਜਿਹੜੀਆਂ ਕੇਂਦਰੀ ਏਜੰਸੀਆਂ ਦਾ ਖੁੱਲ੍ਹ ਕੇ ਇਸਤੇਮਾਲ ਹੁੰਦਾ ਸੀ। ਔਰ ਅੱਜ ਮੈਂ ਤੁਹਾਨੂੰ ਇਹ ਚੀਜ਼ਾਂ ਰੈਕਡ ਤੇ ਨੇ ਹੁਣ ਤਾਂ, ਜਿਹੜੀ ਰਿਸਰਚ ਐਂਡ ਐਨਾਲਿਸਿਸ ਵਿੰਗ ਹੈ ਜਿਹਨੂੰ ਰॉ ਕਹਿੰਦੇ ਆ, ਉਸ ਏਜੰਸੀ ਦਾ ਵੀ ਇਸਤੇਮਾਲ ਕੀਤਾ ਗਿਆ। ਪਿਛਲੇ ਦਿਨ ਕੁਝ ਆਈਪੀਐਸ ਆਫੀਸਰਾਂ ਨੇ ਇਹਦੀਆਂ ਇੰਟਰਵਿਊਜ਼ ਵੀ ਦਿੱਤੀਆਂ ਤੇ ਉਹਨਾਂ ਦੇ ਵਿੱਚ ਤੁਹਾਨੂੰ ਯਾਦ ਹੋਣਾ ਜਿਹੜੇ ਸਾਡੇ ਮਰਹੂਮ ਪ੍ਰਧਾਨ ਮੰਤਰੀ ਵੀਪੀ ਸਿੰਘ, ਉਦੋਂ ਰਾਜੀਵ ਗਾਂਧੀ ਤੇ ਉਹਨਾਂ ਦੇ ਨਾਲ ਸੀ, ਤੇ ਉਹਨਾਂ ਦੇ ਨਾਲ ਇੱਕ ਹੁੰਦੇ ਸੀ ਦਿਨੇਸ਼ ਗੋਸਵਾਮੀ। ਇਹਨਾਂ ਦੀ ਡਿਊਟੀ ਲਗਾਈ ਗਈ ਸੀ ਕਿ ਤੁਸੀਂ ਜਾ ਕੇ ਉੱਥੋਂ ਦੀ ਸਰਕਾਰ ਨੂੰ ਤੋੜੋ, ਕਿਉਂਕਿ ਕਾਂਗਰਸ ਦੀ ਜਿਹੜੀ ਸਰਕਾਰ ਸੀ ਉਸ ਨੂੰ ਹਟਾ ਕੇ ਜਿਹੜੀ ਪ੍ਰਫੁੱਲ ਕੁਮਾਰ ਮਹੰਤਾ ਦੀ ਸਰਕਾਰ ਆਈ ਸੀ। ਔਰ ਤੁਸੀਂ ਯਕੀਨ ਮੰਨੋ, ਕਿਉਂਕਿ ਬਾਕੀ ਤਾਂ ਬਹੁਤ ਸਾਰੀਆਂ ਡਿਟੇਲਸ ਆ, ਉੱਥੋਂ ਦੀ ਸਰਕਾਰ 8 ਮਹੀਨੇ ਪਹਿਲਾਂ ਡਿੱਗ ਗਈ ਸੀ। ਔਰ ਉਸ ਤੋਂ ਬਾਅਦ ਹਿਤੇਸ਼ਵਰ ਸਾਈਕੀਆ ਜਿਹੜੇ ਸੀਗੇ ਉਹ ਉੱਥੋਂ ਦੇ ਮੁੱਖ ਮੰਤਰੀ ਬਣਦੇ ਨੇ, ਫਿਰ ਕਾਂਗਰਸ ਦੀ ਸਰਕਾਰ ਆਉਂਦੀ ਆ। ਮੇਰਾ ਕਹਿਣ ਦਾ ਮਤਲਬ ਹੈ ਜਿਹੜੀਆਂ ਚੀਜ਼ਾਂ ਕਿਤੇ ਇਸ ਤਰ੍ਹਾਂ ਨਾ ਹੋ ਜਾਣ। ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਚੀਜ਼ਾਂ ਬਿਲਕੁਲ ਨਾ ਹੋਣ। ਜਦੋਂ ਇਹਨਾਂ ਲੋਕਾਂ ਨੂੰ ਸਮਰਥਨ ਮਿਲਿਆ, ਇਹਨਾਂ ਨੂੰ ਪੂਰਾ ਸਮਰਥਨ ਮਿਲੇ, ਇਹਨਾਂ ਨੂੰ ਪੂਰਾ ਸਮਾਂ ਦਿੱਤਾ ਜਾਵੇ ਤਾਂ ਕਿ ਇਹ ਪਰਫਾਰਮ ਕਰ ਸਕਣ। ਦੇਖੋ, ਸਾਨੂੰ ਇਹ ਵੀ ਪਤਾ ਭਗਵੰਤ ਮਾਨ ਹੋਣਾ ਤੋਂ ਲੈ ਕੇ ਇਹ ਸਾਰੇ ਜਿਹੜੇ ਐਮਐਲਏ ਨੇ, ਤੁਸੀਂ ਦੇਖੋ ਜਿਹੜੇ 82 ਐਮਐਲਏ ਨੇ ਉਹ ਤਾਂ ਪਹਿਲੀ ਵਾਰੀ ਆਏ ਆ, ਤੇ ਜਿਹੜੇ ਸਿਰਫ 10 ਐਮਐਲਏ ਆ ਆਮ ਆਦਮੀ ਪਾਰਟੀ ਦੇ ਜਿਹੜੀ ਦੂਸਰੀ ਵਾਰੀ ਰਿਪੀਟ ਹੋਏ ਆ। ਸੋ ਉਹਨਾਂ ਕੋਲੇ ਐਕਸਪੀਰੀਅੰਸ ਨਹੀਂ ਹੈ, ਉਹਨਾਂ ਕੋਲੇ ਤਜਰਬਾ ਨਹੀਂ ਹੈ। ਜ਼ਰੂਰ ਉਹਨਾਂ ਨੂੰ ਜਿਹੜਾ ਤਜਰਬਾ ਗੇਨ ਕਰ, ਉਹਨਾਂ ਨੂੰ 6 ਮਹੀਨੇ, ਸਾਲ, 1.5 ਸਾਲ, 2 ਸਾਲ ਦੋ, ਔਰ ਉਸ ਤੋਂ ਬਾਅਦ ਤੁਸੀਂ ਜੱਜ ਕਰਨਾ ਸ਼ੁਰੂ ਕਰੋ ਕਿ ਇਹ ਕਿੱਧਰ ਨੂੰ ਜਾ ਰਹੇ ਨੇ, ਕੀ ਸਹੀ ਡਾਇਰੈਕਸ਼ਨ ਦੇ ਵਿੱਚ ਜਾ ਰਹੇ ਨੇ। ਲੇਕਿਨ ਨਾਲ ਦੀ ਨਾਲ ਹੀ ਕਹਿੰਦੇ ਕਿ ਲੀਹ ਤੇ ਰੱਖਣਾ ਵੀ ਜ਼ਰੂਰੀ ਆ। ਸੋ ਇਹ ਗੱਲਾਂ ਠੀਕ ਆ, ਲੇਕਿਨ ਕੀ ਕਿਤੇ ਇਹ ਚੀਜ਼ਾਂ ਵਿਖਰ ਨਾ ਜਾਣ, ਕਿਤੇ ਇਹ ਖਿਲਰ ਨਾ ਜਾਣ ਚੀਜ਼ਾਂ। ਇਹ ਸਾਡੀਆਂ ਜਿਹੜੀਆਂ ਆਸਾਂ ਉਮੀਦਾਂ ਜਿਹੜੀਆਂ ਇਹਨਾਂ ਨਾਲ ਬਣੀਆਂ ਹੋਈਆਂ। ਜੀ ਡੱਲਾ ਜੀ, ਬਿਲਕੁਲ। ਦੇਖੋ, ਜਿਹੜੀ ਸਿਆਸਤ ਹੈ ਨਾ, ਸਿਆਸਤ ਮੁਕਾਬਲੇਬਾਜ਼ੀ ਦੀ ਵੀ ਹੈ। ਆਮ ਆਦਮੀ ਪਾਰਟੀ ਨਹੀਂ ਚਾਹੂਗੀ ਕਿ ਬੀਜੇਪੀ ਅੱਗੇ ਨਿਕਲ ਜੇ, ਕਾਂਗਰਸ ਅੱਗੇ ਨਿਕਲ ਜੇ। ਬੀਜੇਪੀ ਵੀ ਨਹੀਂ ਚਾਹੇਗੀ ਕਿ ਆਪ ਅੱਗੇ ਨਿਕਲ ਜੇ, ਕਾਂਗਰਸ ਅੱਗੇ ਨਿਕਲ ਜੇ। ਸੋ ਜਦੋਂ ਮੁਕਾਬਲੇਬਾਜ਼ੀ ਦੀ ਸਿਆਸਤ ਹੈ, ਉਦੋਂ ਜੋੜ ਤੋੜ ਵੀ ਸਿਆਸਤ 'ਚ ਹੈ, ਸਾਨੂੰ ਦਿਖਦੀ ਹੈ। ਕਿਸੇ ਦੇ ਐਮਐਲਏ ਛੱਡ ਕੇ ਦੂਜੇ ਚਲੇ ਗਏ। ਆਪ ਵਾਲਿਆਂ ਨੇ ਵੀ ਕਿੰਨੇ ਕਾਂਗਰਸੀ ਅਕਾਲੀਆਂ ਨੂੰ ਟਿਕਟਾਂ ਦਿੱਤੀਆਂ, ਕਿੰਨੇ ਬੀਜੇਪੀ 'ਚ ਸ਼ਾਮਲ ਹੋ ਗਏ, ਕਿੰਨੇ ਗੱਠਜੋੜ ਕਰ ਗਏ। ਇਸੇ ਤਰ੍ਹਾਂ ਇੱਕ ਲੁਕਵੀਂ ਸਿਆਸਤ ਚੱਲਦੀ ਹੈ। ਸਰਕਾਰ, ਉਹ ਕਹਿੰਦੇ ਅਸੀਂ ਸਰਕਾਰ ਤੋੜਨ ਦੀ ਸਿਆਸਤ ਨਹੀਂ ਕਰਦੇ, ਅਸੀਂ ਤਾਂ ਇਹ ਕਹਿੰਦੇ ਆ ਵੀ ਉਸ ਪਾਰਟੀ ਦੇ ਕੁਝ ਐਮਐਲਏ ਹੈ, ਉਹ ਸਾਡੀ ਵਿਚਾਰਧਾਰਾ ਨੂੰ ਪ੍ਰਵਾਨ ਕਰਦੇ ਆ, ਉਹ ਤਾਂ ਸਾਡੇ ਕੋਲੇ ਆ ਗਏ। ਜਿਵੇਂ ਜੋਤੀਰਾਦਿੱਤਿਆ ਸਿੰਧੀਆ, ਉਹ ਕਾਂਗਰਸ ਦੀ ਵਿਚਾਰਧਾਰਾ ਨੂੰ ਛੱਡ ਕੇ ਬੀਜੇਪੀ ਦੀ ਵਿਚਾਰਧਾਰਾ ਨਾਲ ਚਲੇ ਗਏ ਤੇ ਕਮਲਨਾਥ ਜੀ ਦੀ ਸਰਕਾਰ ਡਿੱਗ ਗਈ। ਉਹ ਕਦੀ ਨਹੀਂ ਮੰਨੇ ਵੀ ਅਸੀਂ ਸਰਕਾਰ ਤੋੜੀ ਹੈ। ਉਹ ਕਹਿੰਦੇ ਉਹ ਐਮਐਲਏ ਕਾਂਗਰਸ ਦੀ ਵਿਚਾਰਧਾਰਾ ਨੂੰ ਤਿਆਗ ਕੇ ਬੀਜੇਪੀ ਦੀ ਵਿਚਾਰਧਾਰਾ 'ਚ ਆ ਗਏ ਤੇ ਉਹ ਅਲਪਮਤ 'ਚ ਆ ਗਏ ਤੇ ਅਸੀਂ ਸਰਕਾਰ ਬਣਾ ਲਈ। ਤੇ ਦੁਬਾਰਾ ਉਹ ਜਿਹੜੇ ਜੋਤੀਰਾਦਿੱਤਿਆ ਸਿੰਧੀਆ ਦੇ ਨਾਲ ਆਏ ਸੀ, ਦੁਬਾਰਾ ਉਹਨਾਂ 'ਚੋਂ ਬਹੁਤੇ ਫਿਰ ਜਿੱਤ ਗਏ ਤੇ ਉਹ ਬੀਜੇਪੀ ਦੇ ਹੋ ਗਏ। ਸੋ ਇਸੇ ਤਰ੍ਹਾਂ ਜਿਹੜੀ ਤੁਸੀਂ ਪੁਰਾਣੀ ਉਦਾਹਰਨ ਦਿੱਤੀ ਹੈ, ਨਿਸ਼ਚਿਤ ਤੌਰ ਤੇ ਜੋੜ ਤੋੜ ਚੱਲਦਾ, ਭਾਵੇਂ ਆਫੀਸ਼ੀਅਲੀ ਇਹਨੂੰ ਕੋਈ ਨਹੀਂ ਮੰਨਦਾ ਕਿ ਸਰਕਾਰਾਂ ਡੇਗਣ ਦੀ ਕੋਸ਼ਿਸ਼ ਹੁੰਦੀ ਹੈ, ਆਫੀਸ਼ੀਅਲੀ ਕੋਈ ਨਹੀਂ ਮੰਨੂਗਾ, ਪਰ ਅੰਦਰ ਖਾਤੀ ਇਹ ਜੋੜ ਤੋੜ ਚੱਲਦੇ ਨੇ, ਸਾਨੂੰ ਸਾਰਿਆਂ ਨੂੰ ਪਤਾ ਹੈ। ਹੁਣ ਮੈਂ ਇੱਕ ਸਵਾਲ ਤੁਹਾਡੇ ਨਾਲ ਹੋਰ ਕਰੂੰਗਾ। ਅੱਜ ਮੈਂ ਖੁਸ਼ ਬੜਾ ਹੋਇਆ ਸਵੇਰੇ ਜੀ, ਅੱਜ ਮੈਂ ਖੁਸ਼ ਬੜਾ ਹੋਇਆ। ਮੈਂ ਤਸਵੀਰਾਂ ਦੇਖੀਆਂ, ਭਗਵੰਤ ਮਾਨ ਚਰਖਾ ਕੱਤ ਰਹੇ ਸੀ, ਔਰ ਭਗਵੰਤ ਮਾਨ ਉੱਥੇ ਜਿਹੜਾ ਸਾਬਰਮਤੀ ਆਸ਼ਰਮ ਦੇ ਵਿੱਚ ਸਟਾਫ ਸੀ ਉਹਨਾਂ ਨੂੰ ਦੱਸ ਰਹੇ ਸੀ ਕਿ ਪੰਜਾਬ 'ਚ ਤਾਂ ਘਰ ਘਰ ਸਾਡੇ ਚਰਖੇ ਨੇ, ਸਾਡੀਆਂ ਮਾਤਾਵਾਂ ਭੈਣਾਂ ਚਰਖਾ ਕੱਤਦੀਆਂ ਨੇ, ਤ੍ਰਿੰਜਣਾ ਤੇ ਮੇਲੇ ਲੱਗਦੇ ਨੇ, ਚਰਖੇ ਕੱਤੇ ਜਾਂਦੇ ਨੇ। ਭਗਵੰਤ ਮਾਨ ਜੀ ਨੇ ਦੱਸਿਆ ਵੀ ਫਿਰ ਉਹ ਗੀਤ ਵੀ ਸਾਰੇ ਇਕੱਠੇ ਹੋ ਕੇ ਸਾਡੀਆਂ ਮਾਵਾਂ ਭੈਣਾਂ ਧੀਆਂ ਗਾਉਂਦੀਆਂ ਨੇ। ਸੋ ਬੜਾ ਚੰਗਾ ਲੱਗਿਆ। ਇਹ ਵੀ ਚੰਗਾ ਲੱਗਿਆ ਕਿ ਭਗਤ ਸਿੰਘ ਦੀ ਪੱਗ ਪਾ ਕੇ ਭਗਵੰਤ ਮਾਨ ਅੱਜ ਮਹਾਤਮਾ ਗਾਂਧੀ ਜੀ ਦੇ
ਸਾਬਰਮਤੀ ਆਸ਼ਰਮ 'ਚ ਗਏ, ਉਹਨਾਂ ਦੇ ਘਰ ਗਏ, ਉਹਨਾਂ ਦੇ ਕਮਰੇ 'ਚ ਗਏ। ਅਰਵਿੰਦ ਕੇਜਰੀਵਾਲ ਵੀ ਨਾਲ ਸੀ। ਸੋ ਬੜਾ ਚੰਗਾ ਲੱਗਿਆ ਕਿ ਜਿਹੜੇ ਭਗਵੰਤ ਸਿੰਘ ਮਾਨ ਨੇ ਉਹ ਭਗਤ ਸਿੰਘ ਬਣ ਕੇ ਹੀ ਗਏ। ਅੱਜ ਮੈਂ ਤਾਂ ਕਹਿੰਦਾ ਮਹਾਤਮਾ ਗਾਂਧੀ ਜੀ ਦੇ ਆਸ਼ਰਮ। ਸੋ ਜਦੋਂ ਦੋ ਵੱਡੀਆਂ ਵਿਚਾਰਧਾਰਾਵਾਂ, ਮਹਾਤਮਾ ਗਾਂਧੀ ਜੀ ਦੀ ਆਈਡੀਓਲੋਜੀ, ਭਗਤ ਸਿੰਘ ਦੀ ਆਈਡੀਓਲੋਜੀ, ਦੋਵਾਂ ਨੇ ਆਪਣੇ ਆਪਣੇ ਸਮੇਂ 'ਚ ਦੇਸ਼ ਦੇ ਹਿੱਤ ਲਈ ਕੰਮ ਕੀਤਾ। ਹੁਣ ਦੋ ਵਿਚਾਰਧਾਰਾ ਅੱਜ ਇਕੱਠੀਆਂ ਹੋ ਗਈਆਂ ਸਾਬਰਮਤੀ ਆਸ਼ਰਮ 'ਚ। ਕੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੀ ਜਿਹੜੀ ਇਹਨਾਂ ਦੋਨਾਂ ਦੀ ਵਿਚਾਰਧਾਰਾ ਹੈ ਉਹ ਇੱਕੋ ਜਿਹੀ ਹੋਏਗੀ ਪੰਜਾਬ ਦੇ ਲਈ? ਮੇਰਾ ਸਵਾਲ ਇਹ ਹੈ, ਸ਼ੁਰੂ ਤੋਂ ਅੜਿਆ ਹੋਇਆ ਸਵਾਲ। ਅਰਵਿੰਦ ਕੇਜਰੀਵਾਲ ਔਰ ਭਗਵੰਤ ਮਾਨ ਦੀ ਪੰਜਾਬ ਪ੍ਰਤੀ ਵਿਚਾਰਧਾਰਾ ਹੈ ਕਿ ਉਹ ਇੱਕ ਹੋਏਗੀ? ਇਹ ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ। ਜੇ ਉਹ ਇੱਕ ਹੋ ਗਈ ਫਿਰ ਤਾਂ ਸਾਡੇ ਖੇਤਰੀ ਮੁੱਦੇ ਚੱਕ ਲੈਣਗੇ, ਫਿਰ ਤਾਂ ਦਿਲੋਂ ਸਲੂਟ ਹੈ ਅਰਵਿੰਦ ਕੇਜਰੀਵਾਲ ਨੂੰ ਵੀ, ਭਗਵੰਤ ਮਾਨ ਨੂੰ ਵੀ। ਨਹੀਂ ਤਾਂ ਇਹਦੇ ਤੇ ਸਵਾਲ ਜਿਹਾ ਬੜਿਆ ਰਹਿਣਾ, ਧੜਕੂ ਲੱਗਿਆ ਰਹਿਣਾ। ਦੇਖੋ ਡੱਲਾ ਜੀ, ਫੇਰ ਇਹ ਜਿਹੜਾ ਸਵਾਲ ਵਾਕਈ ਆਪਣੇ ਆਪ ਦੇ ਵਿੱਚ ਬਹੁਤ ਅਹਿਮ ਆ। ਦੇਖੋ ਜਿਹੜੇ ਦੋਨੋਂ ਮੁੱਖ ਮੰਤਰੀ ਨੇ ਹੁਣ, ਉਹ ਅਕਸਰ ਜਾਂ ਤਾਂ ਡਾਕਟਰ ਭੀਮ ਰਾਓ ਅੰਬੇਦਕਰ ਦੀ ਫੋਟੋ ਲਾਉਂਦੇ ਨੇ ਆਪਣੇ ਪਿੱਛੇ, ਜਾਂ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਦੀ ਫੋਟੋ ਲਾਉਂਦੇ ਨੇ। ਤੇ ਏਦਾਂ ਲੱਗਦਾ ਕਿ ਇਹਨਾਂ ਦੀਆਂ ਵਿਚਾਰਧਾਰਾਵਾਂ ਨੇ, ਇਹਨਾਂ ਦੀਆਂ ਆਈਡੀਓਲੋਜੀਜ਼ ਨੇ, ਲਗਭਗ ਮੇਲ ਖਾਂਦੀਆਂ। ਇਹ ਤਾਂ ਹੋ ਸਕਦਾ, ਲੇਕਿਨ ਦੂਸਰੇ ਜਿਹੜੇ ਵੱਡੇ ਵਖਰੇਵੇਂ ਨੇ ਇਹਨਾਂ ਦੇ ਵਿੱਚ, ਉਹ ਹੈਗੇ ਨੇ ਮੁੱਦਿਆਂ ਦੇ। ਦਿੱਲੀ ਤੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਲਗਭਗ ਬਹੁਤ ਵੱਖਰੇ ਨੇ, ਚਾਹੇ ਪਾਣੀਆਂ ਦੇ ਮੁੱਦੇ ਕਹਿ ਲਓ ਜਾਂ ਕਿਸੇ ਹੋਰ ਕਈ ਤਰ੍ਹਾਂ ਦੇ ਮੁੱਦੇ ਇਸ ਤਰ੍ਹਾਂ ਦੇ, ਉਹਨਾਂ ਤੇ ਆਪਾਂ ਆਵਾਂਗੇ। ਤੁਸੀਂ ਦੇਖੋ ਕਿ ਜਦੋਂ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਜਿਹੜੇ ਸਾਡੇ ਰਾਜ ਸਭਾ ਦੇ ਵਿੱਚ ਮੈਂਬਰ ਭੇਜੇ ਗਏ ਨੇ ਨਵੇਂ ਇੱਥੋਂ ਨੋਮੀਨੇਟ ਕਰਕੇ, ਉਹਨਾਂ ਦੀ ਚਲੋ ਠੀਕ ਹੈ ਐਮਐਲਏ ਨੇ ਇਲੈਕਸ਼ਨ ਕੀਤੀ, 92 ਬਣੇ ਆ, ਉਹਨਾਂ ਨੇ ਚੁਣ ਲਏ। ਅੱਜ ਚੰਡੀਗੜ੍ਹ ਦਾ ਮੁੱਦਾ ਬੜਾ ਭਖਿਆ ਹੋਇਆ, ਜਾਂ ਅਮਿਤ ਸ਼ਾਹ ਦੀ ਜਿਹੜੀ ਫੇਰੀ ਹੈ 27 ਮਾਰਚ ਨੂੰ ਲੈ ਕੇ, ਜਦੋਂ ਉਹਨਾਂ ਨੇ ਕਿਹਾ ਕਿ ਸੈਂਟਰ ਦੇ ਰੂਲਸ ਇੱਥੇ ਲਾਗੂ ਹੋਣਗੇ, ਉਹ ਮਾਮਲਾ ਬੜਾ ਭਖਿਆ ਹੋਇਆ। ਮੈਨੂੰ ਦੱਸੋ ਕਿਸ ਸ਼ਿੱਦਤ ਦੇ ਨਾਲ ਇਹ ਪੰਜੇ ਜਿਹੜੇ ਨੇ ਸਾਡੇ ਰਾਜ ਸਭਾ ਦੇ ਮੈਂਬਰਸ, ਇਹਨਾਂ ਨੇ ਕਿਸੇ ਨੇ ਇਹ ਮੁੱਦੇ ਚੱਕੇ ਨੇ? ਮੈਨੂੰ ਨਹੀਂ ਸੁਣਿਆ। ਜੇ ਤੁਸੀਂ ਸੁਣਿਆ ਹੋਵੇ ਤਾਂ ਮੈਨੂੰ ਕਾਈਂਡਲੀ ਜ਼ਰੂਰ ਦੱਸਿਓ, ਕਿਉਂਕਿ ਅਸੀਂ ਮੈਂ ਤਾਂ ਇਹ ਵੀ ਚਾਹੁੰਦਾ ਸੀ ਕਿ ਭਗਵੰਤ ਮਾਨ ਜੀ ਉਹਨਾਂ ਰਾਜ ਸਭਾ ਦੇ ਮੈਂਬਰਾਂ ਨੂੰ ਵੀ ਵਿਧਾਨ ਸਭਾ 'ਚ ਸੱਦ ਲੈਂਦੇ। ਘੱਟੋ ਘੱਟ ਸਾਨੂੰ ਤਸੱਲੀ ਹੋ ਜਾਂਦੀ ਵੀ ਅੱਜ ਚੰਡੀਗੜ੍ਹ ਦਾ ਜਦੋਂ ਮਤਾ ਪਾਸ ਹੋ ਰਿਹਾ, ਉਦੋਂ ਉੱਤਰਾਖੰਡ ਦੇ ਰਾਜ ਸਭਾ ਜਿਹੜੇ ਉੱਤਰਾਖੰਡ ਤੋਂ ਆਏ ਨੇ, ਔਰ ਦਿੱਲੀ ਵਾਲੇ ਰਾਘਵ ਚੱਡਾ ਜੀ, ਅੱਜ ਉਹ ਸਾਡੀ ਵਿਧਾਨ ਸਭਾ 'ਚ ਮੌਜੂਦ ਨੇ, ਕਿਉਂਕਿ ਹੁਣ ਉਹ ਸਾਡੇ ਰਿਪਰੈਜ਼ੈਂਟੇਟਿਵ ਨੇ। ਡਾਕਟਰ ਸਾਹਿਬ ਜਿਹੜੇ ਉਹਨਾਂ ਦੇ ਐਮਪੀ ਨੇ, ਪਾਠਕ ਸਾਹਿਬ ਔਰ ਰਾਘਵ ਚੱਡਾ ਸਾਹਿਬ। ਅਗਰ ਭਗਵੰਤ ਮਾਨ ਉਸ ਦਿਨ ਵਿਧਾਨ ਸਭਾ 'ਚ ਹੀ ਸੱਦ ਲੈਂਦੇ, ਉਹ ਆ ਸਕਦੇ ਨੇ ਰਾਜ ਸਭਾ ਦੇ ਮੈਂਬਰ ਦੇ ਤੌਰ ਤੇ, ਕਿਉਂਕਿ ਵਿਧਾਇਕਾਂ ਨੇ ਤਾਂ ਚੁਣਿਆ ਉਹਨਾਂ ਨੂੰ। ਉਹ ਪੰਜਾਬ ਦੀ ਵਿਧਾਨ ਸਭਾ ਦੀ ਨੁਮਾਇੰਦਗੀ ਕਰ ਰਹੇ ਨੇ ਉੱਥੇ। ਤੇ ਘੱਟੋ ਘੱਟ ਇੱਕ ਭਰੋਸਾ ਹੋ ਜਾਣਾ ਸੀ ਆਪਣੇ ਰੰਧਾਵਾ ਜੀ ਕਿ ਭਾਈ ਉਹ ਸਾਡੇ ਨਾਲ ਹੀ ਖੜੇ ਨੇ। ਹੁਣ ਇਹ ਭਰੋਸਾ ਜਾਂ ਨਹੀਂ ਹੋ ਰਿਹਾ, ਮੈਂ ਤਾਂ ਬਾਰ-ਬਾਰ ਇਹ ਸਵਾਲ ਉੱਠ ਰਿਹਾ। ਨਹੀਂ, ਤੁਹਾਡਾ ਸਵਾਲ ਜਿਹੜਾ ਉਹ ਬਹੁਤ ਜਾਇਜ਼ ਆ। ਹਾਲਾਂਕਿ ਲੋਕ ਜਿਹੜੇ ਆ ਆਮ ਤੌਰ ਤੇ ਕਈ ਵਾਰੀ ਇਹ ਕਹਿ ਦਿੰਦੇ ਨੇ ਕਿ ਕੀ ਤੁਸੀਂ ਕੋਈ ਜਲਦਬਾਜ਼ੀ ਤਾਂ ਨਹੀਂ ਕਰ ਰਹੇ, ਪਰ ਜਿਹੜਾ ਸਮਾਂ ਜਦੋਂ ਲੰਘਦਾ, ਆਪਾਂ ਨੂੰ ਡੱਲਾ ਜੀ ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਸਮਾਂ ਖੁੱਸ ਜਾਂਦਾ। ਅੱਜ ਤੁਸੀਂ ਗੁਜਰਾਤ ਦੀ ਗੱਲ ਕੀਤੀ, ਗੁਜਰਾਤ ਦੇ ਵਿੱਚ ਉਹ ਜਿਹੜਾ ਸਿੰਬਲਿਜ਼ਮ ਤੁਸੀਂ ਦੇਖਿਆ, ਚਰਖੇ ਦਾ ਦੇਖਿਆ, ਉਸ ਪੱਗ ਦੀ ਤੁਸੀਂ ਗੱਲ ਕੀਤੀ, ਭਗਤ ਸਿੰਘ ਦੀ, ਮਹਾਤਮਾ ਗਾਂਧੀ ਦੀ ਗੱਲ ਕੀਤੀ, ਬਹੁਤ ਵਧੀਆ ਗੱਲ ਆ। ਔਰ ਲੇਕਿਨ ਸਾਨੂੰ ਇਹ ਵੀ ਪਤਾ ਜਿਹੜੀ ਇਹਦੇ ਪਿੱਛੇ ਮਨਸ਼ਾ ਉਹ ਰਾਜਨੀਤੀ ਦੀ ਆ, ਉਹ ਸਿਆਸਤ ਦੀ ਆ। ਦਸੰਬਰ ਦੇ ਮਹੀਨੇ ਦੇ ਵਿੱਚ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਚੋਣਾਂ ਹੋਣੀਆਂ ਤੇ ਗੁਜਰਾਤ ਦੇ ਵਿੱਚ ਵੀ ਚੋਣਾਂ ਹੋਣੀਆਂ। ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਕਾਂਗਰਸ ਦੀ ਜਿਹੜੀ ਜ਼ਮੀਨ ਆ, ਜਿਹੜੀ ਸਿਆਸੀ ਜ਼ਮੀਨ ਆ, ਉਹ ਕਿਤੇ ਨਾ ਕਿਤੇ ਖੁੱਸ ਰਹੀ ਹੈ। ਵੈਸੇ ਮੈਂ ਤੁਹਾਨੂੰ ਥੋੜਾ ਜਿਹਾ ਅੰਕੜਿਆਂ ਲਈ ਦੱਸਦਾ ਕਿ ਜਦੋਂ ਸੰਨ 2017 ਦੇ ਵਿੱਚ ਚੋਣਾਂ ਹੋਈਆਂ ਸੀ ਤੇ ਲਗਭਗ 32 ਸਾਲ ਬਾਅਦ ਕਾਂਗਰਸ ਨੇ ਗੁਜਰਾਤ ਦੇ ਵਿੱਚ ਬਹੁਤ ਵਧੀਆ ਪਰਫਾਰਮ ਕੀਤਾ ਸੀ, 77 ਸੀਟਾਂ ਲੈ ਕੇ ਗਏ ਸੀ, ਔਰ 99 ਸੀਟਾਂ ਜਿਹੜੀਆਂ ਸੀਗੀਆਂ ਉਹ ਭਾਜਪਾ ਦੀਆਂ ਆਈਆਂ ਸੀ। ਭਾਜਪਾ ਨੂੰ ਉੱਥੇ ਹੁਣ ਲਗਭਗ 27 ਸਾਲ ਹੋ ਗਏ ਆ ਉੱਥੇ ਸੱਤਾ ਦੇ ਵਿੱਚ। ਪਿੱਛੇ ਸਤੰਬਰ ਦੇ ਮਹੀਨੇ ਦੇ ਵਿੱਚ ਤੁਹਾਨੂੰ ਇਹ ਵੀ ਯਾਦ ਹੋਣਾ ਕਿ ਨਰਿੰਦਰ ਮੋਦੀ ਉਹਨਾਂ ਦੀ ਸਰਕਾਰ ਨੇ, ਪ੍ਰਧਾਨ ਮੰਤਰੀ ਨੇ, ਉੱਥੋਂ ਦੀ ਸਾਰੀ ਕੈਬਨਿਟ ਸਣੇ ਮੁੱਖ ਮੰਤਰੀ ਬਦਲਤੇ ਸੀ ਕਿ ਕਿਤੇ ਲੱਗਦਾ ਸੀ ਕਿ ਕਿਤੇ ਐਂਟੀ ਇਨਕੰਬੈਂਸੀ ਨਾ ਹੋ ਜੇ। ਲੇਕਿਨ ਮੈਂ ਨਾਲ ਦੀ ਨਾਲ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਸੂਰਤ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਹੋਈਆਂ, ਜਿੱਥੇ ਕਾਂਗਰਸ ਨੂੰ ਕੋਈ ਸੀਟ ਨਹੀਂ ਮਿਲੀ, ਉੱਥੇ ਆਮ ਆਦਮੀ ਪਾਰਟੀ ਨੂੰ 27 ਸੀਟਾਂ ਲੈ ਕੇ ਗਈ ਸੀ। ਔਰ ਪਿਛਲੇ ਸਾਲ ਫਰਵਰੀ ਦੇ ਮਹੀਨੇ ਦੇ ਵਿੱਚ ਇਹ ਚੋਣਾਂ ਹੋਈਆਂ ਸੀ। ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਇਸ ਨਾਲ ਸ਼ਾਇਦ ਉਹਨਾਂ ਦੀ ਜ਼ਮੀਨ ਜਿਹੜੀ ਆ ਉਹ ਗੁਜਰਾਤ ਦੇ ਵਿੱਚ ਬਿਹਤਰ ਹੌਲੀ-ਹੌਲੀ ਬਣ ਰਹੀ ਆ।
ਇਸੇ ਕਰਕੇ ਉੱਥੇ ਗਏ ਜੀ। ਇੱਕ ਸ਼ਬਦ ਜੋੜੂੰਗਾ, ਸੂਰਤ ਪੰਜਾਬ 'ਚ ਦੇਖੋ, ਚੰਡੀਗੜ੍ਹ 'ਚ 14 ਜਿੱਤੇ ਸੀ ਆਮ ਆਦਮੀ ਪਾਰਟੀ ਵਾਲੇ, ਜੀ ਉਹਦਾ ਜੀ ਅਸਰ ਹੋਇਆ ਪੰਜਾਬ 'ਚ। ਹੁਣ ਜੀ ਉਹਨਾਂ ਨੂੰ ਉਮੀਦ ਨਿਸ਼ਚਿਤ ਤੌਰ ਤੇ ਹੈ ਵੀ ਸੂਰਤ ਦੇ ਵਿੱਚ ਅਸੀਂ 27 ਲੈ ਗਏ ਤੇ ਸਾਨੂੰ ਮਿਲੂ ਕੁਛ ਨਾ ਕੁਛ, ਜੀ ਕਿਉਂਕਿ ਉਹਨਾਂ ਨੇ ਟੇਕ ਰੱਖੀ ਹੋਈ ਹੈ ਕਾਂਗਰਸ ਦੀ ਗਰਾਊਂਡ ਤੇ। ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ। ਚੰਡੀਗੜ੍ਹ ਦੇ ਵਿੱਚ ਵੀ ਦੇਖੋ, ਕਿਉਂਕਿ ਜਿਸ ਟਾਈਮ ਚੰਡੀਗੜ੍ਹ ਦੀਆਂ ਚੋਣਾਂ ਹੋਈਆਂ ਸੀ ਉੱਥੇ 14 ਸੀਟਾਂ ਜਿੱਤ ਕੇ ਆਈ ਆਮ ਆਦਮੀ ਪਾਰਟੀ। ਹਾਲਾਂਕਿ ਉਹ ਮੇਅਰ ਨਹੀਂ ਬਣਾ ਸਕੀ, ਕਿਉਂਕਿ ਆਮ ਤੌਰ ਤੇ ਅੱਜ ਕੱਲ੍ਹ ਕਿਹਾ ਜਾਂਦਾ ਕਿ ਜੇ ਭਾਰਤੀ ਜਨਤਾ ਪਾਰਟੀ ਕਹਿੰਦੇ ਚੋਣਾਂ ਨਾ ਵੀ ਜਿੱਤੇ, ਸਰਕਾਰ ਉਹ ਬਣਾ ਲੈਂਦੇ ਆ। ਪਹਿਲੇ ਸਮੇਂ 'ਚ ਆਪਾਂ ਨੂੰ ਪਤਾ ਵੀ ਇਸ ਤਰ੍ਹਾਂ ਦਾ ਬਹੁਤ ਸਾਰੀਆਂ ਸਟੇਟਸ ਦੇ ਵਿੱਚ, ਬਹੁਤ ਸਾਰੇ ਸੂਬਿਆਂ ਦੇ ਵਿੱਚ ਹੋਇਆ। ਲੇਕਿਨ ਆਮ ਆਦਮੀ ਪਾਰਟੀ ਆਪਣਾ ਫੈਲਾਅ ਕਰ ਰਹੀ ਹੈ। ਵੈਸੇ ਐਤਕੀ ਗੋਆ ਦੇ ਵਿੱਚ ਵੀ ਉਹ 2 MLA ਜਿਤਾਉਣ ਦੇ ਵਿੱਚ, ਆਪਣੇ ਜਿੱਤਣ ਦੇ ਵਿੱਚ ਕਾਮਯਾਬ ਹੋ ਗਈ ਆ ਕਾਮਯਾਬ ਹੋ ਉਹ। ਗਏ, ਜੀ 7% ਵੋਟਾਂ ਲੈ ਗਏ। ਇਸ ਦੌਰ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਣਾ ਨੂੰ ਲੱਗਦਾ ਕਿ ਅਸੀਂ ਫੈਲਾਅ ਕਰੀਏ। ਹੁਣ ਆਪਾਂ ਆਉਂਦੇ ਹਾਂ ਨਾਲ ਇਹਦੇ ਜੋੜਦੇ ਹਾਂ ਪੰਜਾਬ ਦੇ ਮੁੱਦੇ। ਮੈਨੂੰ ਲੱਗਦਾ ਕਿ ਇਸ ਜਿਹੜੀ ਦੌੜ ਦੇ ਵਿੱਚ ਜਦੋਂ ਉਹ ਨੈਸ਼ਨਲ ਜਿਹੜੀ ਆ ਪਾਰਟੀ ਬਣਨਗੇ ਤੇ ਨਾਲ ਹੀ ਨੈਸ਼ਨਲ ਮੁੱਦਿਆਂ ਤੇ ਗੱਲ ਕਰਨਗੇ ਤੇ ਭਗਵੰਤ ਮਾਨ ਉਹਨਾਂ ਨੂੰ ਨਾਲ ਲਾ ਕੇ ਚੱਲਣਗੇ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਜਿਹੜੇ ਇੱਕ ਹੋਰ ਸਟੇਟ ਦੇ ਮੁੱਖ ਮੰਤਰੀ, ਜਿਹੜੇ ਕਿ ਫੁੱਲ ਫਲੈਜਡ ਸਟੇਟ ਦੇ ਮੁੱਖ ਮੰਤਰੀ ਜਦੋਂ ਮੇਰੇ ਨਾਲ ਰਹਿਣਗੇ ਤੇ ਅਸੀਂ ਇੱਕ ਨਾਲ ਇੱਕ 11 ਹੋ ਜਾਾਂਗੇ, ਸਾਡੀ ਤਾਕਤ ਵੱਧ ਜੂਗੀ। ਪਰ ਕੀ ਇਹਦੇ ਨਾਲ ਪੰਜਾਬ ਦੇ ਮੁੱਦੇ ਤਾਂ ਨਹੀਂ ਕਿਤੇ ਗਵਾਚ ਜਾਣਗੇ? ਜਿਸ ਸ਼ਿੱਦਤ ਦੇ ਨਾਲ ਹੁਣ ਲੜਾਈ ਲੜਨ ਦੀ ਲੋੜ ਆ, ਤੁਸੀਂ ਦੇਖੋ ਉਸ ਵਿਧਾਨ ਸਭਾ ਦੇ ਵਿੱਚ ਗੱਲ ਇਹ ਹੋਈ ਸੀ ਕਿ ਪ੍ਰਧਾਨ ਮੰਤਰੀ ਤੋਂ ਟਾਈਮ ਲਿਆ ਜਾਏਗਾ, ਅਮਿਤ ਸ਼ਾਹ ਤੋਂ ਟਾਈਮ ਲਿਆ ਜਾਏਗਾ। ਹਾਲਾਂਕਿ ਦੇਖੋ ਰੈਜ਼ੋਲੂਸ਼ਨ ਪਾਸ ਹੋਇਆ, ਇਹਦਾ ਕੁਝ ਬਹੁਤ ਜ਼ਿਆਦਾ ਸਾਨੂੰ ਕਾਨੂੰਨੀ ਤੌਰ ਤੇ ਕੁਝ ਹੋਣਾ ਨਹੀਂ ਆ। ਇੱਥੋਂ ਤੱਕ ਵੀ ਗੱਲ ਹੋਈ ਸੀ ਕਿ ਸੁਪਰੀਮ ਕੋਰਟ ਦਾ ਵੀ ਰਾਹ ਅਖਤਿਆਰ ਕੀਤਾ ਜਾ ਸਕਦਾ। ਸੋ ਆਉਣ ਵਾਲੀ ਜਿਹੜੀ ਲੜਾਈ ਆ, ਕੀ ਆਲ ਪਾਰਟੀ ਮੀਟਿੰਗ ਬੁਲਾਉਣ ਦਾ ਕੋਈ ਇਰਾਦਾ ਹੈ? ਸਾਰਿਆਂ ਨੂੰ ਬੁਲਾਉਣ ਦਾ ਕੋਈ ਇਰਾਦਾ ਹੈ ਤਾਂ ਕਿ ਕੋਈ ਵਿਚਾਰ ਵਟਾਂਦਰਾ ਕੀਤਾ ਜਾ ਸਕੇ? ਜੇ ਕੱਲ ਨੂੰ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਲੋੜ ਪਈ ਜਾਂ ਕਿਸੇ ਪਾਰਲੀਮੈਂਟ ਦੇ ਅੱਗੇ ਧਰਨਾ ਦੇਣ ਦੀ ਲੋੜ ਪਈ, ਕਿ ਉਸ ਲਈ ਕੋਈ ਵਿਉਂਤ ਬਣਾਈ ਜਾਏਗੀ? ਇਹ ਸਾਰੀਆਂ ਚੀਜ਼ਾਂ 'ਚ ਜਿਹੜੇ ਮੁੱਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਆ ਵਿਚਾਰੇ ਜਾਣਗੇ। ਔਰ ਮੈਂ ਇੱਕ ਗੱਲ ਕਹਿ ਕੇ ਆਪਣੀ ਗੱਲ ਪੂਰੀ ਕਰੂੰਗਾ। ਡੱਲਾ ਜੀ, ਤੁਸੀਂ ਹੋਲੀ ਵਾਲੇ ਦਿਨ ਦੀ ਗੱਲ ਯਾਦ ਕਰਾਈ ਆ। ਹਜੇ ਭਗਵੰਤ ਮਾਨ ਹੁਣੀ ਮੁੱਖ ਮੰਤਰੀ ਬਣੇ ਸੀ ਤੇ ਹੋਲੀ ਆ ਗਈ। 16 ਮਾਰਚ ਨੂੰ ਉਹਨਾਂ ਨੇ ਸਹੁੰ ਚੁੱਕੀ ਆ ਔਰ ਉਹ ਜਾਂਦੇ ਨੇ ਮਨੋਹਰ ਲਾਲ ਖੱਟਰ ਹੋਣਾ ਕੋਲੇ, ਹੋਲੀ ਖੇਡਦੇ ਨੇ, ਰੰਗ ਲਾਉਂਦੇ ਨੇ। ਲੇਕਿਨ ਆਉਂਦੇ ਆਉਂਦੇ ਜਿਹੜੀ ਉਹ ਰੰਗ ਦੇ ਵਿੱਚ ਭੰਗ ਇਸ ਕਰਕੇ ਪੈ ਜਾਂਦਾ ਕਿਉਂਕਿ ਮਨੋਹਰ ਲਾਲ ਖੱਟਰ ਕਹਿੰਦੇ ਨੇ ਕਿ SYL ਬਾਰੇ ਗੱਲ ਕਰੋ, SYL ਬਣਾਓ, ਪਾਣੀਆਂ ਤੇ ਗੱਲ ਕਰੋ। ਦੇਖੋ ਜਦੋਂ ਉਹਨਾਂ ਨੇ ਇੱਕ ਬੜੀ ਵੱਡੀ ਗੱਲ ਕਹੀ, ਮਨੋਹਰ ਲਾਲ ਖੱਟਰ ਨੇ ਇੱਕ ਗੱਲ ਇਸ਼ਾਰਿਆਂ 'ਚ ਕਹੀ। ਉਹਨਾਂ ਨੇ ਕਿਹਾ ਅਸੀਂ ਤਾਂ ਪੰਜਾਬ ਤੋਂ ਪਾਣੀ ਲੈ ਕੇ ਦਿੱਲੀ ਨੂੰ ਹੀ ਦੇ ਦੇਣਾ। ਜੀ 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 ਬਿਲਕੁਲ ਬਿਲਕੁਲ। ਤੇ ਗੱਲ ਦਿੱਲੀ ਤੇ ਸੁੱਟਤੀ। ਹੁਣ ਦਿੱਲੀ ਕਿਹੜੇ ਪਾਸੇ ਨੂੰ ਸੋਚੂਗਾ? ਸੋ ਮੇਰਾ ਇਹ ਕਹਿਣ ਦਾ ਭਾਵ ਆ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਜਿਹੜੇ ਮੁੱਦੇ ਨੇ ਉਹ ਬਹੁਤ ਖੇਤਰੀ ਮੁੱਦੇ ਹੋਣ ਦੇ ਨਾਲ ਨਾਲ ਹੀ ਉਹ ਨੈਸ਼ਨਲ ਮੁੱਦੇ ਵੀ ਨੇ। ਹੁਣ ਨੈਸ਼ਨਲ ਸੋਚ ਕੀ ਆ, ਉਹਨਾਂ ਮੁੱਦਿਆਂ ਤੇ ਬੋਲਣਾ ਪੈਣਾ। ਤੁਸੀਂ ਯਾਦ ਕਰੋ ਜਦੋਂ ਚੋਣਾਂ ਹੋਈਆਂ ਨਹੀਂ ਸੀ ਡੱਲਾ ਜੀ, ਕਿਸਾਨਾਂ ਦਾ ਇੱਕ ਵਫਦ ਅਰਵਿੰਦ ਕੇਜਰੀਵਾਲ ਨੂੰ ਉਹਨਾਂ ਨੂੰ ਮਿਲਣ ਗਿਆ ਸੀ ਤੇ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਜੀ ਆਪਣੀ ਜੰਮੂ ਕਸ਼ਮੀਰ ਤੇ ਰਾਏ ਦਿਓ। ਤੇ ਉਹ ਅਰਵਿੰਦ ਕੇਜਰੀਵਾਲ ਹੁਣੀ ਨਾਰਾਜ਼ ਹੋ ਗਏ ਸੀ, ਉਹਨਾਂ ਨੇ ਗੱਲ ਨਹੀਂ ਸੀ ਕੀਤੀ, ਉੱਠ ਕੇ ਉੱਥੋਂ ਚਲੇ ਗਏ ਸੀ। ਲੇਕਿਨ ਹੁਣ ਇਹਨਾਂ ਸਵਾਲਾਂ ਤੋਂ ਉਹ ਬਚ ਨਹੀਂ ਸਕਦੇ ਕਿਉਂਕਿ ਇੱਕ ਪੰਜਾਬ ਸੂਬੇ ਦੇ ਵਿੱਚ ਜਿਹੜਾ ਕਿ ਇੱਕ ਸਰਹੱਦੀ ਸੂਬਾ ਜਿੱਥੇ ਲਗਾਤਾਰ ਫੈਡਰਲ ਸਟਰਕਚਰ ਤੇ ਹਮਲੇ ਕੀਤੇ ਜਾ ਰਹੇ ਆ, ਜੇ ਉੱਥੋਂ ਦਾ ਇੱਕ ਪਾਰਟੀ ਦਾ ਕਨਵੀਨਰ ਨਹੀਂ ਬੋਲੂਗਾ ਤੇ ਫਿਰ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਦੀਆਂ ਮੁਸ਼ਕਲਾਂ ਵਧਣਗੀਆਂ। ਏਦਾਂ ਉਹ ਬਚ ਕੇ ਜਾਣਾ ਉਹਨਾਂ ਲਈ ਮੁਸ਼ਕਲ ਹੋਵੇਗਾ। ਜੀ ਡੱਲਾ ਜੀ। ਬਿਲਕੁਲ, ਮੈਂ ਆਖਰੀ ਸਵਾਲ ਵਾਲੇ ਪਾਸੇ ਜਾਊਂਗਾ। ਬਹੁਤ ਹੀ ਤੁਸੀਂ ਫੈਕਟ ਬੇਸਡ ਗੱਲਾਂ ਕੀਤੀਆਂ ਨੇ ਮਨਪ੍ਰੀਤ ਰੰਧਾਵਾ ਜੀ, ਔਰ ਦੁਨੀਆ ਭਰ ਦੇ ਪੰਜਾਬੀ ਤੁਹਾਨੂੰ ਬਹੁਤ ਪਸੰਦ ਕਰਦੇ ਨੇ, ਤੁਹਾਨੂੰ ਬਹੁਤ ਮੁਹੱਬਤ ਕਰਦੇ ਨੇ, ਔਰ ਪੰਜਾਬ ਦੇ ਹੱਕਾਂ ਦੇ ਲਈ, ਪੰਜਾਬ ਦੇ ਮੁੱਦਿਆਂ ਦੇ ਲਈ ਬਤੌਰ ਪੱਤਰਕਾਰ ਜਿਹੜਾ ਤੁਹਾਡਾ ਕੰਟਰੀਬਿਊਸ਼ਨ ਹੈ ਮੈਂ ਉਹਨੂੰ ਸਲੂਟ ਕਰਦਾ। ਮੈਂ ਅੱਜ ਦਾ ਨਹੀਂ, ਬਹੁਤ ਪੁਰਾਣੇ ਸਮੇਂ ਦਾ ਮਨਪ੍ਰੀਤ ਹੋਣਾ ਨੂੰ ਅਖਬਾਰਾਂ 'ਚ ਪੜ੍ਹਦਾ ਰਿਹਾ। ਹਿੰਦੁਸਤਾਨ ਟਾਈਮਸ, ਇੰਡੀਅਨ ਐਕਸਪ੍ਰੈਸ, ਕਈ ਅਦਾਰਿਆਂ ਨਾਲ ਮਨਪ੍ਰੀਤ ਜੀ ਨੇ ਕੰਮ ਕੀਤਾ ਹੈ ਔਰ ਬਹੁਤ ਤਰਕ ਦੇ ਨਾਲ ਤੁਸੀਂ ਆਪਣੀ ਗੱਲ ਕਰਦੇ ਹੋ। ਮੈਨੂੰ ਲੱਗਦਾ ਜ਼ਰੂਰ ਇਹਦੇ ਨਾਲ ਪੰਜਾਬ ਦੇ ਹੱਕਾਂ ਦੀ ਲੜਾਈ ਦੇ ਨਾਲ ਜਿਹੜੇ ਹੋਰ ਵੀ ਲੋਕ ਲੜ ਰਹੇ ਨੇ ਉਹਨਾਂ ਸਾਰਿਆਂ ਦੀ ਵੀ ਹੌਸਲਾ ਅਫਜ਼ਾਈ ਹੋਊਗੀ ਔਰ ਸਾਰਿਆਂ ਨੂੰ ਸਲੂਟ ਜਿਹੜੇ ਪੰਜਾਬ ਲਈ ਲੜਦੇ ਨੇ, ਪੰਜਾਬ ਲਈ ਖੜਦੇ ਨੇ, ਸਮੇਤ ਸਾਡੇ ਕਿਸਾਨ ਤੇ ਸਾਡੇ ਜਵਾਨ। ਬਹੁਤ ਬਹੁਤ ਧੰਨਵਾਦ ਮਨਪ੍ਰੀਤ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਡੱਲਾ ਜੀ।